एक दिन सोवन होएगो, लांबे गोड पसार। कहा तुझ प्रभ बुद्ध हमारी, बरन सकै महिमा जो तिहारी। हम ना सकत कर सिफत तुम्हारी, आप ले हो तुम कथा सुधारी। हम ना सकत कर सिफत तुम्हारी, आप ले हो तुम कथा सुधारी। सतनाम श्री वाहिगुरु साहिब जी। सलोक कोट दान इस्नानं, अनक सोदन पवित्रत है। उचरंत नानक हर हर रसना, सर्ब पाप बेमुचते। कोट दान इस्नानं, अनक सोदन पवित्रत है। उचरंत नानक हर हर रसना, सर्ब पाप बेमुचते। वाहिगुरु जी का खालसा, वाहिगुरु जी की फतेह। तन तन शब्द अवतार, जाहरा जहूर, हाजरा हजूर, सर्ब कला भरपूर। बाणी के बोहित कल युग की ओट, चवर छतर तख्त दे मालक, ਸਿੰਘਾਸਨਾਂ ਤੇ ਸੁਭਾਏਮਾਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਦੇ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਸਦਕਾ ਹਜੂਰ ਦੀ ਪਾਵਨ ਹਜੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜਾਏ ਗਏ ਹਨ। ਸਜੇ ਹੋਏ ਦੀਵਾਨਾਂ ਦੇ ਅੰਦਰ ਮਹਾਰਾਜ ਦੀ ਪਾਕ ਪਵਿੱਤਰ ਤੁਰਕੀ ਬਾਣੀ, ਪੰਜ ਗੁਰਬਾਣੀਆਂ ਦੇ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਸ੍ਰੀ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਆਪ ਜੀ ਨੇ ਗੁਰਮੁਖਾਂ ਦੀ ਰਸਨਾ ਪਾਸੋਂ ਸ਼ਰਵਣ ਕੀਤੇ ਹਨ। ਤੋ ਜਿਸ ਤਰ੍ਹਾਂ ਆਪ ਦੀ ਭਲੀ ਭਾਂਤ ਜਾਣੂ ਹੋ ਕਿ ਦਮਦਮੀ ਟਕਸਾਲ ਦੇ ਗੁਰਮੁਖ ਪਿਆਰੇ ਉਸਤਾਦ ਸੁੱਚਾ ਸਿੰਘ ਜੀ ਭਗਤ, ਜਿਹੜੇ ਕਿ ਕੁਝ ਦਿਨਾਂ ਤੋਂ ਇਸ ਸੰਸਾਰ ਦੇ ਵਿੱਚੋਂ ਆਪਣੀ ਜੀਵਨ ਯਾਤਰਾ ਨੂੰ ਸਮਾਪਤ ਕਰਕੇ ਹਜੂਰ ਦੇ ਚਰਨਾਂ ਦੇ ਵਿੱਚ ਜਾ ਵਿਰਾਜੇ ਹਨ। ਗੁਰਮੁਖ ਜਨਮ ਸਵਾਰ ਦਰਗਹ ਚੱਲਿਆ, ਸੱਚੀ ਦਰਗਹ ਜਾਏ, ਸੱਚਾ ਪਿੜ ਮੱਲਿਆ। ਤੋ ਉਹਨਾਂ ਦੇ ਜੀਵਨ ਬਾਰੇ ਵੀ ਆਪ ਜੀ ਨੇ ਗਿਆਨੀ ਜੀ ਹੁਣਾਂ ਤੋਂ ਸਰਵਣ ਕੀਤਾ ਹੀ ਸੀ ਕਿ ਕਿਤਨੀ ਹੀ ਗਿਣਤੀ ਦੇ ਵਿੱਚ ਉਹਨਾਂ ਨੇ ਵਿਦਿਆਰਥੀਆਂ ਨੂੰ ਪੜ੍ਹਾ ਕੇ ਬ੍ਰਹਮ ਵਿਦਿਆ ਦੀ ਦਾਤ ਬਖਸ਼ਿਸ਼ ਕੀਤੀ। ਤੋ ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ ਤੇ ਸਮੇਂ ਪੰਜ ਸਿੰਘ ਸਾਹਿਬਾਨ ਜਦੋਂ ਰਹਿਤ ਮਰਿਆਦਾ ਦ੍ਰਿੜ ਕਰਵਾਉਂਦੇ ਹਨ ਤੇ ਸਮੇਂ ਜਿਹੜੇ ਗੁਰਮਤਿ ਦੇ ਸੰਸਕਾਰ ਹਨ ਪੰਜ, ਜਨਮ ਸੰਸਕਾਰ, ਅੰਮ੍ਰਿਤ ਸੰਸਕਾਰ, ਵਿਦਿਆ ਸੰਸਕਾਰ, ਆਨੰਦ ਸੰਸਕਾਰ ਅਤੇ ਅੰਤਿਮ ਸੰਸਕਾਰ। ਇਹ ਜਿਹੜੇ ਅੰਤਿਮ ਸੰਸਕਾਰ ਦੇ ਜਦੋਂ ਰਹਿਤ ਮਰਿਆਦਾ ਦ੍ਰਿੜ ਕਰਵਾਉਂਦੇ ਹਨ ਤੇ ਸਮੇਂ ਸਿੰਘ ਸਾਹਿਬਾਨ ਜੀ ਹੁਕਮ ਕਰਦੇ ਹਨ ਕਿ ਜਦੋਂ ਵੀ ਕੋਈ ਗੁਰਮੁਖ ਪਿਆਰਾ ਚੜ੍ਹਾਈ ਕਰ ਜਾਵੇ ਤੇ ਸਮੇਂ
ਸੰਸਕਾਰ ਤੋਂ ਬਾਅਦ ਅਲਾਣੀਆਂ ਦਾ ਪਾਠ ਕਰਨਾ ਗੁਰਦੁਆਰਾ ਸਾਹਿਬ ਜਾ ਕੇ। ਤੇ ਜੇ ਤੇ ਸਹਿਜ ਪਾਠ ਆਰੰਭ ਕਰਨਾ ਹੋਵੇ ਉਸੇ ਹੀ ਅਰਦਾਸ ਤੇ ਸਹਿਜ ਪਾਠ ਆਰੰਭ ਕਰਵਾ ਲੈਣਾ ਹੈ। ਜੇ ਅਖੰਡ ਪਾਠ ਸਾਹਿਬ ਆਰੰਭ ਕਰਵਾਉਣਾ ਹੋਵੇ 8ਵੇਂ ਤੇ ਭੋਗ ਪਾ ਕੇ 8ਵੇਂ ਤੇ ਵਾਹਿਗੁਰੂ ਆਰੰਭ ਕਰਕੇ 10ਵੇਂ ਤੇ ਭੋਗ ਪਾਉਣਾ ਹੈ। ਤੇ ਨਾਲ ਹੀ ਇਹ ਵੀ ਗੱਲ ਵੀ ਦ੍ਰਿੜ ਕਰਵਾਈ ਜਾਂਦੀ ਹੈ ਕਿ ਜਦੋਂ ਹੀ ਅਲਾਣੀਆਂ ਦਾ ਪਾਠ ਹੋਣਾ ਹੈ ਅਗਲੇ ਦਿਨ ਤੋਂ ਜੈਤਸਰੀ ਦੀ ਵਾਰ ਦੀ ਅਤੇ ਪਾਵਨ ਸਹਿਸਕ੍ਰਿਤੀ ਦੇ ਸ਼ਲੋਕਾਂ ਦੀ ਕਥਾ ਚੜ੍ਹਾਈ ਕਰ ਗਏ ਜੀਵ ਤੇ ਨਿਮਿਤ ਕਰਾਉਣੀ ਹੈ। ਤਾਂ ਇਸ ਮਰਿਆਦਾ ਦੀ ਪੂਰਤੀ ਦੇ ਵਾਸਤੇ ਪਰਸੋਂ ਰੋਜ਼ ਤੋਂ ਹੀ ਜੈਤਸਰੀ ਦੀ ਵਾਰ ਦੇ ਸ਼ਲੋਕਾਂ ਦੀ ਅਤੇ ਸਹਿਸਕ੍ਰਿਤੀ ਦੇ ਪਾਵਨ ਸ਼ਲੋਕਾਂ ਦੀ ਕਥਾ ਵਿਚਾਰ ਚੱਲ ਰਹੀ ਹੈ। ਆਓ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਬੈਰਾਗ ਦਾ ਉਪਦੇਸ਼ ਪਾਵਨ ਜੈਤਸਰੀ ਦੀ ਵਾਰ ਦੇ ਸ਼ਲੋਕਾਂ ਦੇ ਵਿੱਚ ਬਖਸ਼ਿਸ਼ ਕਰਨਗੇ। ਆਪਾਂ ਸੁਣ ਕੇ ਹੀ ਬੈਰਾਗ ਨੂੰ ਧਾਰਨ ਕਰਕੇ ਮਹਾਰਾਜ ਜੀ ਦੇ ਵਡਿਆਈ ਦੇ ਪਾਤਰ ਮਹਾਰਾਜ ਜੀ ਦੀ ਕਿਰਪਾ ਦੇ ਪਾਤਰ ਬਣਾਂਗੇ। ਸਾਰੇ ਹੀ ਗੁਰਮੁਖ ਜਨ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਰੀਰ ਦੀ ਸਾਵਧਾਨਤਾ ਨੂੰ ਧਾਰ ਕੇ ਮਹਾਰਾਜ ਜੀ ਦਾ ਭੈ ਧਾਰਦੇ ਹੋਏ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਕੋਟ ਦਾਨ ਇਸਨਾਨੰ ਅਨਕ ਸੋਧਨ ਪਵਿੱਤਰਤ ਹੈ। ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਲੋਕ ਮੁਕਤੀ ਦੇ ਦੁਆਰਾ ਪਾਵਨ ਰਸਨਾ ਤੋਂ ਉਚਾਰਦੇ ਹਨ। 4 ਪ੍ਰਕਾਰ ਦੀਆਂ ਮੁਕਤੀਆਂ ਆਪ ਜੀ ਨੇ ਸ਼ਰਵਣ ਕੀਤੀਆਂ ਹਨ। ਸ਼ਲੋਕ ਸਮੀਪ ਸਯੁਜ ਅਤੇ ਜਿਹੜੀ ਖਾਲਸਾ ਜੀ ਇਸ ਤਰ੍ਹਾਂ 4 ਮੁਕਤੀਆਂ ਹਨ। ਤੇ ਇਹਦੇ ਵਿੱਚ ਜਿਹੜੀ ਸ਼ਲੋਕ ਮੁਕਤੀ ਹੈ ਇਹਦਾ ਅਰਥ ਹੁੰਦਾ ਹੈ ਕਿ ਜਿਹੜੀ ਸਵੈ ਲੋਕ ਦੀ ਪ੍ਰਾਪਤੀ ਹੋਣੀ। ਜਿਹੜੇ ਇਸ਼ਟ ਦਾ ਆਪਾਂ ਪੂਜਨ ਕਰਦੇ ਹਾਂ, ਜਿਸ ਇਸ਼ਟ ਦੀ ਆਰਾਧਨਾ ਕਰਦੇ ਹਾਂ ਉਸ ਇਸ਼ਟ ਦੀ ਸਥਾਨ ਦੇ ਵਿੱਚ ਚਲੇ ਜਾਣਾ, ਉਸ ਇਸ਼ਟ ਦੇ ਘਰ ਦੇ ਵਿੱਚ ਚਲੇ ਜਾਣਾ। ਇਸੇ ਤਰ੍ਹਾਂ ਇਹ ਜਿਹੜਾ ਸ਼ਲੋਕ ਹੈ ਸਵੈ ਲੋਕ ਦੀ ਪ੍ਰਾਪਤੀ ਭਾਵ ਕਿ ਸੱਚਖੰਡ ਦੀ ਪ੍ਰਾਪਤੀ ਕਰਾਉਣ ਵਾਸਤੇ ਹੈ ਇਹ ਸ਼ਲੋਕ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ ਕੋਟ ਦਾਨ ਇਸਨਾਨੰ। ਕਰੋੜਾਂ ਹੀ ਧਨ ਦੌਲਤ ਦਾ ਕਿਸੇ ਨੇ ਦਾਨ ਕੀਤਾ ਹੋਵੇ ਚੰਗੇ ਪੁਰਬ ਨੂੰ ਜਾਣ ਕਰਕੇ, ਕੋਈ ਨਿਸ਼ਚਿਤ ਸਮੇਂ ਨੂੰ ਜਾਣ ਕਰਕੇ। ਜਿਵੇਂ ਕੁਰੂਕਸ਼ੇਤਰ ਦੇ ਵਿੱਚ ਰਾਜਾ ਅਕਬਰ ਸੀ ਜਦੋਂ ਆਪਣੇ ਪਹਿਲੇ ਜਨਮ ਦੇ ਵਿੱਚ, ਤੇ ਸਮੇਂ ਕਿਸਾਨ ਸੀ ਤੇ ਜਦੋਂ ਜਾਣਿਆ ਕਿ ਹੁਣ ਪੁਰਬ ਦਾ ਸਮਾਂ ਹੈ ਸ੍ਰੇਸ਼ਟ, ਕੁਰੂਕਸ਼ੇਤਰ ਦੇ ਵਿੱਚ ਸੂਰਜ ਨੂੰ ਗ੍ਰਹਿ ਲੱਗਾ ਹੋਇਆ ਹੈ। ਇਸ ਸਮੇਂ ਕਹਿੰਦੇ ਵੀ ਜਿਹੜਾ ਆਪਣਾ ਸਰਬੰਸ ਦਾਨ ਕਰੇ ਨਾ ਉਹਨੂੰ ਬੜਾ ਭਾਰੀ ਫਲ ਪ੍ਰਾਪਤ ਹੁੰਦਾ ਹੈ। ਇਹ ਜਾਣ ਕੇ ਅਕਬਰ ਬਾਦਸ਼ਾਹ ਨੇ ਆਪਣੇ ਹੱਥ ਦੇ ਵਿੱਚ ਇੱਕ ਦਾਤਰੀ ਸੀ ਤੇ ਪੱਲੀ ਸੀ, ਉਹ ਪੰਡਿਤ ਨੂੰ ਦਾਨ ਕਰ ਦਿੱਤੀ। ਕਹਿੰਦਾ ਵੀ ਇਹ ਮੈਂ ਸਰਬੰਸ ਮੇਰੇ ਕੋਲ ਇਹੋ ਕੁਝ ਹੀ ਹੈ, ਇਹ ਤੁਸੀਂ ਆਪਣੇ ਪਾਸ ਰੱਖ ਲਓ, ਮੈਂ ਦਾਨ ਕਰਦਾ ਹਾਂ ਇਸ ਦਾ। ਤੇ ਇਤਨੇ ਦਾਨ ਦੇ ਕਰਨ ਦੇ ਵਾਸਤੇ ਅੱਗੇ ਫਿਰ ਉਹਨੂੰ ਵੇਖੋ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਅਕਬਰ ਰਾਜੇ ਦੀ ਪਦਵੀ ਪ੍ਰਾਪਤ ਹੋਈ। ਇਸ ਤਰ੍ਹਾਂ ਕਰੋੜਾਂ ਹੀ ਚੰਗੇ ਪੁਰਬਾਂ ਨੂੰ ਜਾਣ ਕੇ ਦਾਨ ਆਦਿ ਕੀਤਾ ਹੋਵੇ। ਪਰ ਗੁਰਮਤਿ ਦੇ ਵਿੱਚ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਦਾਨ ਜਿਹੜਾ ਹੈ ਨਾ ਅਕਲੀ ਸਾਹਿਬ ਸੇਵੀਐ ਅਕਲੀ ਕੀਚੈ ਦਾਨ। ਅਕਲ ਦੇ ਨਾਲ ਦਾਨ ਕਰਨਾ ਹੈ, ਅਕਲ ਦੇ ਨਾਲ ਸਾਹਿਬ ਨੂੰ ਸੇਵਨਾ ਹੈ। ਦਾਨ ਕਿਸ ਤਰ੍ਹਾਂ ਕਰਨਾ ਹੈ? ਗੁਰਮੁਖ ਨਾਮ ਦਾਨ ਇਸ਼ਨਾਨ,
ਦਾਨ ਕਿਸ ਦਾ ਕਰਨਾ ਹੈ? ਜਿਤਨੀ ਵੀ ਆਪਣੇ ਪਾਸ ਭਾਵੇਂ ਨਾਮ ਦੀ ਕਮਾਈ ਹੋਵੇ ਤੇ ਭਾਵੇਂ ਕਿ ਜੋ ਧਨ ਦੌਲਤ ਦੀ ਕਮਾਈ ਹੋਵੇ, ਤੇ ਜਿਹੜੇ ਦਾਨ ਕਰਦੇ ਆ ਭਾਵ ਕਿ ਦਸਵੰਧ ਕੱਢਦੇ ਆ। ਦਾਨ ਕਰਨਾ ਦਸਵੰਧ ਕੱਢਣਾ ਹੀ ਹੁੰਦਾ। ਤੇ ਜਿਹੜੇ ਦਸਵੰਧ ਨਹੀਂ ਕੱਢਦੇ, ਦਾਨ ਨਹੀਂ ਕਰਦੇ, ਉਹਨਾਂ ਦੇ ਬਾਬਤ ਵੀ ਹਜੂਰ ਆਖਦੇ ਆ ਕਿ ਜੋ ਬਾਬੇ ਕੇ ਦਾਮ ਨਾ ਦੈ ਹੈ ਤਿੰਨ ਕੇ ਗਹਿ ਬਾਬਰ ਕੇ ਲੈ। ਜਿਹੜੇ ਦਾਨ ਨਹੀਂ ਕਰਦੇ ਉਹਨਾਂ ਦੇ ਘਰ ਦੇ ਵਿੱਚ ਕੋਈ ਚੋਰੀ ਹੋ ਜਾਂਦੀ ਹੈ, ਕੋਈ ਬਿਮਾਰੀ ਆ ਕੇ ਘੇਰ ਲੈਂਦੀ ਨਾਮੁਰਾਦ, ਜਿਵੇਂ ਕੈਂਸਰ ਹੋ ਗਈ ਜਾਂ ਹੋਰ ਇਤਨੀਆਂ ਨਾਮੁਰਾਦ ਬਿਮਾਰੀਆਂ ਹਨ, ਇਹ ਆ ਕੇ ਘੇਰ ਲੈਂਦੀਆਂ। ਤੇ ਫਿਰ ਜਿੰਨਾ ਵੀ ਕਮਾਇਆ ਹੋਇਆ ਧਨ ਦੌਲਤ ਹੁੰਦਾ ਏ, ਗੁਰੂ ਘਰ ਦੇ ਵਿੱਚ ਦਸਵੰਧ ਨਾ ਦੇਣ ਦੇ ਕਾਰਨ ਉਹ ਸਾਰਾ ਹੀ ਡਾਕਟਰਾਂ ਨੂੰ ਚੜਾ ਦਿੰਦੇ। ਇਸ ਤਰ੍ਹਾਂ ਗੁਰਮੁਖਾਂ ਨੇ ਜਿਹੜਾ ਹੈ ਗੁਰਮਤਿ ਦੇ ਵਿੱਚ ਰਹਿ ਕੇ ਜਿਹੜਾ ਦਾਨ ਕਰਨਾ, ਤੇ ਕੋਟ ਦਾਨ ਇਸ਼ਨਾਨੰ, ਕਰੋੜਾਂ ਹੀ ਦਾਨ, ਜਿਵੇਂ ਕਿ ਭੁੱਖੇ ਨੂੰ ਵਸਤਰ ਦੇ ਦੇਣੇ, ਵਾਹਿਗੁਰੂ ਭੁੱਖੇ ਨੂੰ ਅੰਨ ਛਕਾ ਦੇਣਾ, ਕਿਸੇ ਨੰਗੇ ਦੇ ਤਨ ਵੇਖ ਕੇ ਉਸ ਦਾ ਨੰਗੇਜ ਢੱਕ ਦੇਣਾ, ਇਹ ਵੀ ਦਾਨ ਹੈ। ਅਨੇਕਾਂ ਹੀ ਤਰ੍ਹਾਂ ਦੇ ਦਾਨ ਹਨ। ਤੇ ਆਪਣੀ ਕਮਾਈ ਦੇ ਵਿੱਚੋਂ, ਨਾਮ ਦੀ ਕਮਾਈ ਦੇ ਵਿੱਚੋਂ ਕਿਵੇਂ ਦਾਨ ਕਰਨਾ ਹੈ? ਜਿਵੇਂ ਗੁਰਮੁਖ ਜਨ ਆਪ ਨਾਮ ਦੀ ਕਮਾਈ ਕਰਦੇ ਆ, ਇਸੇ ਤਰ੍ਹਾਂ ਹੋਰਨਾਂ ਵੀ ਜਿਹੜੇ ਗੁਰਮੁਖ ਪਿਆਰੇ ਇੱਛੁਕ ਹੁੰਦੇ ਆ, ਉਹਨਾਂ ਨੂੰ ਵੀ ਅੱਗੇ ਨਾਮ ਦ੍ਰਿੜ ਕਰਵਾਉਂਦੇ ਹਨ। ਗੁਰਮੁਖ ਜਿਹੜੇ ਹੁੰਦੇ ਆ ਆਪ ਵੀ ਨਾਮ ਜਪਦੇ ਆ, ਦੂਜਿਆਂ ਨੂੰ ਵੀ ਨਾਮ ਜਪਾਉਂਦੇ। ਇਸ ਤਰ੍ਹਾਂ ਆਪਣੇ ਨਾਮ ਦੀ ਕਮਾਈ ਦਾ ਵੀ ਦਾਨ ਕਰਨਾ। ਇਹ ਕਰੋੜਾਂ ਹੀ ਦਾਨ ਜਿਹੜੇ ਕਰਨੇ ਆ। ਇਸ਼ਨਾਨੰ, ਭਾਰਤ ਵਰਸ਼ ਦੇ ਵਿੱਚ, ਭਾਰਤ ਦੇਸ਼ ਦੇ ਵਿੱਚ 68 ਤੀਰਥ ਮੰਨੇ ਗਏ ਹਨ। ਇਹਨਾਂ 68 ਹੀ ਤੀਰਥਾਂ ਦੇ ਉੱਪਰ ਜਾ ਕੇ, ਨੰਗੇ ਪੈਰੀ ਜਾ ਕੇ, ਤੁਰ ਕੇ ਜਾ ਕੇ ਇਸ਼ਨਾਨ ਕਰਨੇ। ਕੋਟ ਦਾਨ ਇਸ਼ਨਾਨੰ ਅਨੇਕ ਸੋਧਨ ਪਵਿੱਤਰਤਾ ਹੈ। ਅਨੇਕਾਂ ਹੀ ਸੋਧਨ, ਨਿਵਲੇ ਭਿਅੰਗਮ ਸਾਧਨ ਸੋਧਨੇ, ਨਿਵਲੀ ਧੋਤੀ ਆਦਿਕ ਜਿਹੜੇ ਕਰਮ ਕਰਨੇ। ਇਸ ਤਰ੍ਹਾਂ ਬੜੀ ਜ਼ਿਆਦਾ ਸੁਚਮਤਾ ਰੱਖਣੀ ਆਪਣੇ ਆਪ ਦੇ ਵਿੱਚ। ਜੇ ਕਿਸੇ ਦਾ ਪਰਛਾਵਾਂ ਵੀ ਪੈ ਜਾਣਾ ਤੇ ਕਹਿਣਾ ਕਿ ਇਹ ਤੇ ਸਾਡਾ ਪ੍ਰਸ਼ਾਦਾ ਪਾਣੀ ਪਿਟਿਆ ਗਿਆ ਹੈ। ਇਸ ਤਰ੍ਹਾਂ ਦੀ ਸੋਧਨਾ ਵੀ ਜੇਕਰ ਕੋਈ ਸੁਚਮਤਾ ਵੀ ਰੱਖ ਲਵੇ, ਅਨੇਕ ਸੋਧਨ ਪਵਿੱਤਰਤਾ ਹੈ, ਹੋਰ ਜਿਤਨੀਆਂ ਵੀ ਪਵਿੱਤਰਤਾ ਰੱਖ ਲਵੇ। ਤਾਂ ਦੂਜੇ ਪਾਠ ਦੇ ਵਿੱਚ ਸੋਧਨ ਪਾਠ ਦਾ ਕਰਨਾ, ਸੋਧ ਨਾ। ਦੂਜੇ ਅਰਥਾਂ ਦੇ ਵਿੱਚ ਇਸ ਤਰ੍ਹਾਂ ਕਰਨਾ ਵੀ ਇਹ ਜਿਹੜਾ ਭਾਵੇਂ ਕੋਈ ਇਸ਼ਨਾਨ ਕਰ ਲਵੇ 68 ਤੀਰਥਾਂ ਦਾ, ਤੇ ਭਾਵੇਂ ਬੜੇ ਜ਼ਿਆਦੇ ਦਾਨ ਪੁੰਨ ਕਰ ਲਵੇ, ਤੇ ਭਾਵੇਂ ਅਨੇਕਾਂ ਹੀ ਸੁਚਮਤਾ ਰੱਖਵੇ, ਜਿੰਨੀਆਂ ਮਰਜ਼ੀ ਟੂਟੀਆਂ ਮਾਂਜੀ ਜਾਵੇ, ਪਰ ਜਿੰਨਾ ਚਿਰ ਮਨ ਨਹੀਂ ਨਾ ਭਿੱਜਾ ਗੁਰੂ ਦੇ ਪਿਆਰ ਦੇ ਵਿੱਚ, ਉਹਨਾਂ ਚਿਰ ਇਹ ਜਿਹੜੇ ਕੀਤੇ ਹੋਏ ਸਾਧਨ ਸਭੇ ਵਿਅਰਥ ਹਨ। ਅਨੇਕ ਸੋਧ ਨਾ ਪਵਿੱਤਰਤ ਹੈ। ਅਨੇਕਾਂ ਹੀ ਵਾਰੀ ਸੋਧ ਕਰ ਲਵੇ ਪਰ ਉਹ ਪਵਿੱਤਰ ਨਹੀਂ ਹੋ ਸਕਦਾ, ਜਿਹੜਾ ਜਿਸ ਦਾ ਮਨ ਜਿਹੜਾ ਹੈ ਪਰਮੇਸ਼ਰ ਦੇ ਵਿੱਚ ਭਿੱਜਾ ਨਹੀਂ ਹੈ। ਤੇ ਫਿਰ ਕਰੋੜਾਂ ਹੀ ਕੋਈ ਇਸ਼ਨਾਨ ਕਰ ਲਵੇ, ਕਰੋੜਾਂ ਹੀ ਦਾਨ ਕਰ ਲਵੇ, ਕਰੋੜਾਂ ਵਰੀ ਹੀ ਆਪਣੇ ਸਰੀਰ ਦੀ ਸੁਚਮਤਾ ਕਰ ਲਵੇ, ਸੋਧਨ ਦੇ ਸਾਧਨ ਸੋਧ ਲਵੇ, ਤੇ ਅਨੇਕਾਂ ਹੀ ਤਰ੍ਹਾਂ ਦੇ ਨਾਲ ਆਪਣੇ ਸਰੀਰ ਨੂੰ, ਆਪਣੇ ਤਨ ਨੂੰ, ਆਪਣੇ ਕੱਪੜਿਆਂ ਨੂੰ ਪਵਿੱਤਰ ਰੱਖ ਲਵੇ। ਉਚਰੰਤ ਨਾਨਕ ਹਰ ਹਰ ਰਸਨਾ, ਸਰਬ ਪਾਪ ਬੇਮੁਚਤੇ। ਪਰ ਗੁਰੂ ਦਾ ਨਾਮ ਜਪਣ ਦੇ ਨਾਲ, ਵਾਹਿਗੁਰੂ ਜੀ ਦਾ, ਅਕਾਲ ਪੁਰਖ ਜੀ ਦਾ ਨਾਮ ਜਪਣ ਦੇ ਨਾਲ, ਇਹ ਜਿਹੜੀਆਂ ਸਾਰੀਆਂ ਬਖਸ਼ਿਸ਼ਾਂ ਕਹਿੰਦੇ ਵੀ ਉਹਨੂੰ ਨਾਮ ਜਪਣ ਦੇ ਨਾਲ ਪ੍ਰਾਪਤ ਹੋ ਜਾਂਦੀਆਂ। ਕਿਹੜੀਆਂ ਬਖਸ਼ਿਸ਼ਾਂ? ਜਿਹੜਾ ਕੋਟ ਦਾਨ ਇਸ਼ਨਾਨ, ਕਰੋੜਾਂ ਹੀ ਦਾਨ ਕਰਨ ਦਾ ਫਲਾਦਾਨ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਜਿਵੇਂ ਮਹਾਰਾਜ ਜੀ ਭਗਤ ਬਾਣੀ ਦੇ ਵਿੱਚ ਵੀ ਆਖਦੇ ਆ ਨਾ ਵੀ ਆਸ ਦਾਨ, ਗੱਜ ਦਾਨ, ਸੇਜਾ ਨਾਰੀ ਭੂਮ ਦਾਨ, ਰਾਮ ਨਾਮ ਸਰ ਤਉ ਨਾ ਪੁੱਜੈ। ਇਹ ਜਿੰਨੇ ਮਰਜ਼ੀ ਕੋਈ ਆਪਣੀ ਨਾਰੀ ਦਾਨ ਕਰ ਦੇਵੇ, ਆਪਣੀ ਇਸਤਰੀ ਦਾਨ ਕਰ ਦੇਵੇ, ਹਾਥੀ ਘੋੜੇ ਦਾਨ ਕਰ ਦੇਵੇ, ਹੋਰ ਸੇਜਾ ਨਾਰੀ ਭੂਮ ਦਾਨ, ਸੁੰਦਰ ਸੇਜਾਂ ਤੇ ਦਾਨ ਕਰੇ, ਪਰ ਰਾਮ ਨਾਮ ਸਰ ਤਉ ਨਾ ਪੁੱਜੇ, ਫੇਰ ਵੀ ਇਹ ਜਿਹੜੇ ਦਾਨ ਕੀਤੇ ਹੋਏ ਪਰਮੇਸ਼ਰ ਦੇ ਨਾਮ ਤੱਕ ਨਹੀਂ ਪੁੱਜ ਸਕਦੇ। ਜਿਹੜੇ ਗੁਰਮੁਖ ਜਨ ਨਾਮ ਜਪਦੇ ਆ, ਆਪਣੀ ਰਸਨਾ ਦੇ ਨਾਲ ਉਚਾਰਦੇ ਆ, ਆਪਣੀ ਰਸਨਾ ਦੇ ਨਾਲ ਨਾਮ,
ਮਹਾਰਾਜ ਜੀ ਆਖਦੇ ਵੀ ਉਹਨਾਂ ਦੇ ਅਨੇਕਾਂ ਹੀ ਸੋਧਣ ਦੇ ਜਿਹੜੇ ਸਾਧਨ ਆ, ਅਨੇਕਾਂ ਹੀ ਸੁੱਚ ਪਵਿੱਤਰਤਾ ਰੱਖਣ ਦੇ ਜਿਹੜੇ ਸਾਧਨ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਆ, ਤੇ ਅਨੇਕਾਂ ਹੀ ਜਿਹੜੇ ਦਾਨ ਕਰਨੇ ਆ, ਜਾਂ 68 ਤੀਰਥਾਂ ਦਾ ਇਸ਼ਨਾਨ ਕਰਨਾ ਹੈ, ਤੀਰਥ ਨਾਵਨ ਜਾਓ ਤੀਰਥ ਨਾਮ ਹੈ। ਮਹਾਰਾਜ ਜੀ ਨੇ ਕਿਹਾ ਨਾ ਕਿ ਜਿਹੜਾ ਤੀਰਥ ਨਹਾਉਣਾ ਹੈ ਭਾਈ, ਜੇ ਤੁਸੀਂ ਨਾਮ ਜਪੋਗੇ ਨਾ 68 ਤੀਰਥਾਂ ਦਾ ਤੁਹਾਨੂੰ ਇਸ਼ਨਾਨ ਦਾ ਫਲਾਦੇਸ਼ ਪ੍ਰਾਪਤ ਹੋ ਜਾਵੇਗਾ। ਤਾਂ ਗੁਰਮੁਖ ਜਨ ਜਿਹੜੇ ਫਿਰ ਇਸ ਵਿਧੀ ਨੂੰ ਜਾਣ ਲੈਂਦੇ ਹਨ, ਇਹ ਗਿਆਨ ਦੀ ਗੱਲ ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ। ਉਚਰੰਤ ਨਾਨਕ ਹਰ ਹਰ ਰਸਨਾ, ਸਤਿਗੁਰੂ ਜੀ ਕਥਨ ਕਰਦੇ ਕਿ ਫਿਰ ਆਪਣੀ ਰਸਨਾ ਦੇ ਨਾਲ ਹਰੀ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ, ਤੇ ਜਿਹੜਾ ਆਪਣੇ ਭਗਤਾਂ ਦੇ ਹਿਰਦੇ ਦੇ ਵਿੱਚ ਮੋਹ ਆਦਿਕ ਚੋਰਾਂ ਨੂੰ ਹਰਨ ਵਾਲਾ ਹੈ, ਉਸ ਪਰਮੇਸ਼ਰ ਦਾ ਨਾਮ ਜਪਦੇ ਹਨ ਆਪਣੀ ਰਸਨਾ ਦੇ ਨਾਲ। ਤੇ ਜਿੰਨੇ ਵੀ ਉਹਨਾਂ ਦੇ ਫਿਰ ਸਰਬ ਪਾਪ ਵਿਮੁਚਤੇ ਕਹੀਦਾ ਵੀ ਵਿਸ਼ੇਸ਼ ਕਰਕੇ ਮੁਚਤੇ ਜਿਹੜੇ ਨਾਸ ਹੋ ਜਾਂਦੇ ਆ, ਉਹਨਾਂ ਦੇ ਦੂਰ ਭੱਜ ਜਾਂਦੇ ਹਨ। ਸਰਬ ਪਾਪ ਵਿਮੁਚਤੇ, ਜਿੰਨੇ ਵੀ ਉਹਨਾਂ ਦੇ ਕੀਤੇ ਹੋਏ ਪਾਪ ਹੁੰਦੇ ਹਨ ਉਹ ਸਾਰੇ ਹੀ ਦੂਰ ਭੱਜ ਜਾਂਦੇ ਹਨ, ਨਾਸ ਹੋ ਜਾਂਦੇ ਹਨ। ਈਦਨ ਕਿਤੋ ਮੂ ਘਣਾ ਭੋਰੀ ਦਿੱਤੀਮ ਪਾਹੇ। ਪ੍ਰਸ਼ਨ ਕੀਤਾ ਮਹਾਰਾਜ ਜੀ, ਪਾਪ ਕਿਵੇਂ ਨਾਸ ਹੋ ਸਕਦੇ ਆ, ਪਾਪਾਂ ਤੋਂ ਕਿਵੇਂ ਛੁੱਟਿਆ ਜਾਂਦਾ ਹੈ? ਤਾਂ ਮਹਾਰਾਜ ਜੀ ਆਖਦੇ ਵੀ ਜਿਹੜਾ ਪਾਪਾਂ ਤੋਂ ਜੇ ਬਚਣਾ ਹੈ ਨਾ, ਜੇ ਪਾਪਾਂ ਤੋਂ ਛੁਟਕਾਰਾ ਪਾਉਣਾ ਹੈ, ਤੇ ਉਹਦਾ ਮਹਾਰਾਜ ਜੀ ਦ੍ਰਿਸ਼ਟਾਂਤ ਦਿੰਦੇ ਹਨ। ਈਂਧਨ ਕੀਤੋ ਮੂੰਹ ਘਣਾ, ਮਹਾਰਾਜ ਜੀ ਆਖਦੇ ਵੀ ਜਿਵੇਂ ਸੁੱਕਰੀਆਂ ਲੱਕੜਾਂ ਦਾ ਢੇਰ ਲਾ ਦਈਏ, ਈਂਧਨ ਕੀਤੋ ਮੂੰਹ ਘਣਾ ਭੋਰੀ ਦਿੱਤੀਮ ਪਾਹੇ। ਤੇ ਫਿਰ ਉਹਨੂੰ ਥੋੜੀ ਜੀ ਅੱਗ ਲਾਉਣ ਦੀ ਦੇਰ ਹੁੰਦੀ ਹੈ ਸੁੱਕੀਆਂ ਲੱਕੜਾਂ ਨੂੰ, ਤੇ ਆਪਣੇ ਆਪ ਹੀ ਭਾਂਬੜ ਮੱਚ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਜੀਵ ਦੇ ਪਾਪ ਹਨ ਸੁੱਕੀਆਂ ਲੱਕੜਾਂ ਦੇ ਵਰਗੇ ਹਨ, ਤੇ ਜਦੋਂ ਇੰਨੇ ਪਾਪਾਂ ਦੇ ਢੇਰ ਹੋਵੇ ਸੁੱਕੀਆਂ ਲੱਕੜਾਂ ਦੇ ਵਾਂਗ, ਉਹਨੂੰ ਨਾਮ ਦੀ ਇੱਕ ਚਿੰਗਾਰੀ ਲਾ ਦਿੱਤੀ ਜਾਵੇ, ਸਾਰੇ ਪਾਪ ਨਾਸ ਹੋ ਜਾਂਦੇ ਹਨ। ਘੋਰ ਦੁਖਿਅੰ ਅਨੇਕ ਹਤਿਅੰ ਜਨਮ ਦਾਰਿਦ੍ਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਸਤਿਗੁਰੂ ਜੀ ਕਥਨ ਕਰਦੇ ਕਿ ਜਿਨੇ ਘੋਰ ਦੁਖਿਆਂ, ਅਨੇਕਾਂ ਹੀ ਦੁੱਖ ਨੂੰ, ਘੋਰ ਭਿਆਨਕ ਦੁੱਖ ਲੱਗਾ ਹੋਵੇ ਕੈਂਸਰ ਦੀ ਬਿਮਾਰੀ ਦਾ, ਜਾਂ ਹੋਰ ਜਿੰਨੇ ਵੀ ਭਿਅੰਕਰ ਜਿਹੜੇ ਰੋਗ ਹਨ, ਇਹ ਮਨੁੱਖ ਨੂੰ ਆ ਕੇ ਘੇਲ। ਘੋਰ ਦੁਖਿੰ ਅਨੇਕ ਹਤਿਅੰ, ਅਨੇਕਾਂ ਹੀ ਜੀਵਾਂ ਦੀ ਹੱਤਿਆ ਕੀਤੀ ਹੋਵੇ ਹਿੰਸਾ ਨੂੰ ਧਾਰ ਕੇ। ਘੋਰ ਦੁਖਿੰ ਅਨੇਕ ਹਤਿਅੰ ਜਨਮ ਦਾਰਿਦ੍ਰੰ ਮਹਾ ਵਿਖਿਆਦੰ, ਜਨਮਾਂ ਜਨਮਾਂਤਰਾਂ ਦਾ ਦਰਿਦਰੀ ਹੋਵੇ। ਜਨਮ ਦਾਰਿਦ੍ਰੰ ਮਹਾ ਵਿਖਿਆਦੰ, ਤੇ ਮਹਾ ਵਿਖਿਆ ਆਦਿਕ ਵਿਸ਼ੇ ਆਦਿਕ ਭੋਗਦਾ ਹੋਏ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ। ਇਹ ਜਿਹੜੇ ਸਾਰੇ ਅਨੇਕਾਂ ਹੀ ਹੱਥਿਆਵਾਂ ਕੀਤੀਆਂ ਹੋਣ, ਜਿੰਨੇ ਮਰਜੀ ਪਾਪ ਕੀਤੇ ਹੋਣ, ਮਿਟੰਤ ਸਗਲ ਸਾਰੇ ਮਿਟ ਜਾਂਦੇ ਹਨ। ਮਿਟੰਤ ਸਗਲ ਸਿਮਰੰਤ, ਸਿਮਰ ਕਰਕੇ ਸਿਮਰਨ ਕਰਕੇ ਹਰ ਨਾਮ ਨਾਨਕ, ਹਰੀ ਪਰਮੇਸ਼ਰ ਦਾ ਨਾਮ ਸਿਮਰਨ ਕਰਕੇ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਤੇ ਜਿਵੇਂ ਮਹਾਰਾਜ ਜੀ ਆਖ ਜੈਸੇ ਪਾਵਕ ਕਾਸ਼ਟ, ਜਿਵੇਂ ਅੱਗ ਜਿਹੜੀ ਲੱਕੜਾਂ ਨੂੰ ਸਾੜ ਦਿੰਦੀਆਂ ਨੇ, ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਜਿਹੜਾ ਹੁੰਦਾ ਹੈ ਈਂਧਨ ਕੀਤੋ ਮੂੰਹ ਘਣਾ, ਜਿਹੜੀਆਂ ਸੁੱਕੀਆਂ ਲੱਕੜਾਂ ਦਾ ਢੇਰ ਹੈ, ਜਿਹੜਾ ਪਾਪਾਂ ਰੂਪੀ ਢੇਰ ਹੈ ਸੁੱਕੀਆਂ ਲੱਕੜਾਂ ਦਾ, ਉਹਨੂੰ ਨਾਮ ਦੀ ਚਿੰਗਾਰੀ ਦੇ ਈਂਧਨ ਕੀਤੋ ਮੂੰਹ ਘਣਾ ਭੋਰੀ ਦਿੱਤੀਮ ਪਾਹੇ। ਜੇ ਉਹਨੂੰ ਛੋਟੀ ਜੀ ਅੰਗਾਰੀ ਲਾ ਦਈਏ ਨਾ, ਇੱਕ ਕੋਲੇ ਦੀ ਅੰਗਾਰੀ ਉਹਨੂੰ ਲੱਗ ਜਾਵੇ। ਹੁਣ ਵੇਖੋ ਜੰਗਲ ਦੇ ਵਿੱਚ ਅੱਗ ਜਦੋਂ ਲੱਗਦੀ ਹੈ, ਉਹ ਜਦੋਂ ਹਵਾ ਚੱਲਦੀ ਹੈ ਤੇ ਉਹ ਜਿਹੜੇ ਸੁੱਕੇ ਬਾਂਸ ਹੁੰਦੇ ਹਨ ਉਹਨਾਂ ਆਪਸ ਵਿੱਚ ਘਿਸਰਦੇ ਹਨ, ਤੇ ਘਿਸਰ ਕਰਕੇ ਉਹਨਾਂ ਦੇ ਵਿੱਚੋਂ ਚੰਗਿਆੜੇ ਨਿਕਲਦੇ। ਉਹ ਜਦੋਂ ਚੰਗਿਆੜਾ ਸੁੱਕੇ ਘਾਹ ਦੇ ਉੱਪਰ ਪੈਂਦਾ ਨਾ, ਵੇਖੋ ਕਿੱਡੇ ਵੱਡੇ ਜੰਗਲ ਨੂੰ ਸਾੜ ਕੇ ਸਵਾਹ ਕਰ ਦਿੰਦੀ ਆ ਨਿੱਕੀ ਜੀ ਚੰਗਿਆੜੀ। ਇਸੇ ਤਰ੍ਹਾਂ ਮਹਾਰਾਜ ਜੀ ਦਾ ਨਾਮ ਹੈ, ਜਦੋਂ ਇਹ ਜੀਵ ਦੇ ਪਾਪਾਂ ਰੂਪੀ ਸੁੱਕੀਆਂ ਲੱਕੜਾਂ ਦੀ ਨੂੰ ਅੰਗਿਆਰੀ ਦੇ ਰੂਪ ਮਹਾਰਾਜ ਜੀ ਦਾ ਨਾਮ ਲੱਗਦਾ ਨਾ, ਸਾਰੇ ਪਾਪ ਜੀਵ ਦੇ ਨਾਸ ਹੋ ਜਾਂਦੇ ਹਨ। ਮਨ ਵਸੰਦੜੋ ਸੱਚ ਸਹੋ ਨਾਨਕ ਹਾਬੇ ਦੁਖੜੇ ਉਲਾਹੇ। ਤੇ ਫਿਰ ਜਦੋਂ ਪਾਪਾਂ ਦੀ ਮੈਲ ਜਦੋਂ ਹਿਰਦੇ ਦੇ ਵਿੱਚੋਂ ਨਾਸ ਹੋ ਜਾਵੇ, ਪਾਪ ਨਾਸ ਹੋ ਜਾਣ, ਮਨ ਵਸੰਦੜੋ ਸੱਚ ਸਹੋ, ਉਹ ਸੱਚਾ ਸਹੋ ਮਾਲਕ ਪਰਮੇਸ਼ਰ ਹਿਰਦੇ ਦੇ ਵਿੱਚ ਵਾਸ ਕਰਦਾ ਹੈ।
ਜਿਵੇਂ ਖਾਲਸਾ ਜੀ ਹੁਣ ਸਾਰੇ ਹੀ ਇਹ ਗੱਲ ਕਹਿ ਦਿੰਦੇ ਆ ਕਿ ਪਰਮੇਸ਼ਰ ਭਾਈ ਸਾਰਿਆਂ ਦੇ ਵਿੱਚ ਹੀ ਵਸਦਾ ਹੈ, ਪਰ ਕਈ ਉੱਥੇ ਇਹ ਵੀ ਪ੍ਰਸ਼ਨ ਕਰ ਦਿੰਦੇ ਆ ਕਿ ਜਿਹੜੇ ਇੰਨੇ ਪਾਪ ਕਰ ਰਹੇ, ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰ ਰਹੇ ਆ, ਜਾਂ ਜਿਹੜੇ ਜੀਵ ਹੱਤਿਆ ਕਰ ਰਹੇ ਆ, ਜੀਵ ਘਾਤ ਕਰ ਰਹੇ ਹਨ, ਕਿ ਇਹਨਾਂ ਦੇ ਹਿਰਦੇ ਦੇ ਵਿੱਚ ਵੀ ਪਰਮੇਸ਼ਰ ਹੈਗਾ? ਹਾਂ, ਜ਼ਰੂਰ ਹੈਗਾ ਹੈ, ਪਰ ਕਿਵੇਂ ਹੈ? ਰਹਿਣ ਦਾ ਤਰੀਕਾ ਵੱਖੋ ਵੱਖ ਹੈ। ਜੋਗੀ ਹਿਰਦੈ ਉਦਾਸ ਭੋਗੀ ਹਿਰਦੈ, ਵਾਹਿਗੁਰੂ ਜੋਗੀ ਹਿਰਦੈ ਨਿਵਾਸ ਭੋਗੀ ਹਿਰਦੈ ਉਦਾਸ। ਜਿਹੜਾ ਪਰਮੇਸ਼ਰ ਹੈ ਜੋਗੀਆਂ ਦੇ ਹਿਰਦੇ ਵਿੱਚ, ਜਿਹੜੇ ਜੁੜੇ ਹੋਏ ਹਨ ਗੁਰਮੁਖ ਪਿਆਰੇ, ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਹਨ, ਉਹਨਾਂ ਦੇ ਹਿਰਦੇ ਦੇ ਵਿੱਚ ਕਿਸ ਤਰ੍ਹਾਂ ਦਾ ਬੜਾ ਜ਼ਿਆਦਾ ਖੁਸ਼ ਹੋ ਕੇ, ਬੜਾ ਜ਼ਿਆਦਾ ਮਹਾਰਾਜ ਜੀ ਪ੍ਰਸੰਨ ਹੋ ਕੇ ਰਹਿੰਦੇ ਆ ਅਕਾਲ ਪੁਰਖ ਵਾਹਿਗੁਰੂ ਜੀ। ਪਰ ਜਿਹੜੇ ਭੋਗੀ ਆ, ਜਿਹੜੇ ਵਿਸ਼ੇ ਵਿਕਾਰ ਭੋਗਦੇ, ਪਾਪ ਆਦਿਕਾਂ ਨੂੰ ਕਮਾ ਰਹੇ ਹਨ, ਉਹਨਾਂ ਦੇ ਹਿਰਦਿਆਂ ਦੇ ਵਿੱਚ ਪਰਮੇਸ਼ਰ ਉਦਾਸ ਹੋ ਕੇ ਬੈਠਾ ਹੈ। ਹੁਣ ਵੇਖੋ, ਜਿੱਥੇ ਕੋਈ ਸਾਫ਼ ਸੁਥਰੀ ਜਗ੍ਹਾ ਹੋਵੇ ਉੱਥੇ ਆਪਾਂ ਬੜੇ ਜਦੇ ਪ੍ਰਸੰਨ ਹੋ ਕੇ ਰਹੀਦਾ ਹੈ, ਪਰ ਜਿੱਥੇ ਖਾਲਸਾ ਜੀ ਗੰਦਗੀ ਪਈ ਹੋਵੇ, ਥਾਂ ਥਾਂ ਤੇ ਕੂੜਾ ਖਿਲਰਿਆ ਹੋਵੇ, ਉੱਥੇ ਫਿਰ ਸਾਡਾ ਰਹਿਣ ਨੂੰ ਮਨ ਨਹੀਂ ਕਰਦਾ, ਉੱਥੇ ਬੜੇ ਉਦਾਸ ਜਿਹੇ ਹੋ ਜਾਈਦਾ ਹੈ। ਇਸੇ ਤਰ੍ਹਾਂ ਪਰਮੇਸ਼ਰ ਜਿਨ੍ਹਾਂ ਦੇ ਮਨ ਸਾਫ਼ ਸੁਥਰੇ ਹਨ, ਪਾਪਾਂ ਦੀ ਮੈਲ ਤੋਂ ਰਹਿਤ ਹਨ, ਪਾਪਾਂ ਦੇ ਕੂੜੇ ਤੋਂ ਰਹਿਤ ਹਨ, ਉੱਥੇ ਪਰਮੇਸ਼ਰ ਜੀ ਆਪ ਬੜੇ ਖੁਸ਼ ਹੋ ਕੇ ਰਹਿੰਦੇ ਹਨ। ਤੇ ਜਿੱਥੇ ਖਾਲਸਾ ਜੀ ਨੇ ਕੂੜਾ ਕਰਕਟ ਫੈਲਾਇਆ ਹੋਵੇ ਪਾਪਾਂ ਦਾ ਆਪਣੇ ਮਨ ਦੇ ਵਿੱਚ, ਉੱਥੇ ਬੜਾ ਉਦਾਸ ਹੋ ਕੇ ਰਹਿੰਦੇ ਹਨ। ਤੋ ਇਸੇ ਪ੍ਰਕਾਰ ਮਨ ਵਸੰਦੜੋ ਸੱਚ ਸਹੋ, ਤੇ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪਾਪ ਦੀ ਮੈਲ ਨਾਸ ਹੋ ਜਾਂਦੀ, ਪਾਪਾਂ ਦੀ ਮੈਲ ਨਾਸ ਹੋ ਜਾਂਦੀ, ਉਹਨਾਂ ਦੇ ਹਿਰਦੇ ਦੇ ਵਿੱਚ ਸੱਚਾ ਮਾਲਕ ਵਾਹਿਗੁਰੂ ਬੜਾ ਖੁਸ਼ ਹੋ ਕੇ ਵਸਦਾ ਹੈ। ਨਾਨਕ ਹੱਬੇ ਦੁਖੜੇ ਉਲਾਹੇ। ਤੇ ਜਦੋਂ ਫਿਰ ਪਰਮੇਸ਼ਰ ਹਿਰਦੇ ਦੇ ਵਿੱਚ ਵਾਸ ਕਰ ਜਾਵੇ, ਉਹਨਾਂ ਦੇ ਵਿੱਚ ਸਾਰੇ ਜਿਹੜੇ ਦੁਖੜੇ ਹੁੰਦੇ ਹਨ, ਜਿਹੜੇ ਸਾਰੇ ਦੁੱਖ ਹੁੰਦੇ ਹਨ, ਚਾਰ ਪ੍ਰਕਾਰ ਦੇ ਜਿਹੜੇ ਦੁੱਖ, ਵਿਛੋੜੇ ਦਾ, ਭੁੱਖ ਦਾ, ਜਨਮ ਮਰਨ ਦਾ ਦੁੱਖ, ਇਸੇ ਤਰ੍ਹਾਂ ਸਰੀਰ ਨੂੰ ਰੋਗ ਲੱਗਣ ਦਾ ਜਿਹੜੇ ਦੁੱਖ, ਚਾਰ ਪ੍ਰਕਾਰ ਦੇ ਦੁੱਖ ਗੁਰਬਾਣੀ ਦੇ ਵਿੱਚ ਦੱਸੇ ਗਏ, ਇਹ ਵੀ ਉਹਨਾਂ ਦੇ ਲੈ ਉਲਾਹੇ ਲੱਥ ਜਾਂਦੇ ਹਨ। ਪੌੜੀ ਕੋਟ ਅਗਾ ਸਭ ਨਾਸ ਹੋਏ, ਸਿਮਰਤ ਹਰ ਨਾਉ। ਪੌੜੀ ਦੇ ਵਿੱਚ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਸ਼ਲੋਕ ਦਾ ਵਿਸਥਾਰ ਕਰਦੇ ਹਨ। ਦੁਬਾਰਾ ਪੜੋ ਜੀ ਪੰਕਤੀ। ਕੋਟ ਅਗਾ ਸਭ ਨਾਸ ਹੋਏ, ਸਿਮਰਤ ਹਰ ਨਾਉ। ਕਰੋੜਾਂ ਹੀ ਅਗਾ ਪਾਪ ਨਾਸ ਹੋ ਜਾਂਦੇ ਹਨ। ਮਹਾਰਾਜ ਜੀ ਕਿਵੇਂ ਹੁੰਦੇ ਹਨ? ਸਿਮਰਤ ਹਰ ਨਾਉ, ਹਰੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ। ਹਰ ਹਰ ਕਰਤ ਪੂਤਨਾ ਤਰੀ, ਬਾਲ ਘਾਤਨੀ ਕਪਟ ਹੈ ਪਰੀ। ਹਰੀ ਹਰੀ ਪਰਮੇਸ਼ਰ ਦਾ ਨਾਮ ਸਿਮਰਨ ਕਰਨ ਦੇ ਨਾਲ ਵੇਖੋ, ਜਿਹੜੀ ਪੂਤਨਾ ਸੀ, ਜਿਹੜੀ ਕ੍ਰਿਸ਼ਨ ਭਗਵਾਨ ਦਾ ਬਾਲ ਅਵਸਥਾ ਦੇ ਵਿੱਚ ਵੱਧ ਕਰਨ ਆਈ ਸੀ, ਉਹ ਵੀ ਕਹਿੰਦੇ ਵੀ ਹਰੀ ਹਰੀ ਪਰਮੇਸ਼ਰ ਦਾ ਜਾਪ ਕਰਕੇ ਉਹਦੇ ਵੀ ਸਾਰੇ ਪਾਪ ਨਾਸ ਹੋ ਗਏ, ਤੇ ਉਹ ਵੀ ਇਸ ਭਵਜਲ ਸੰਸਾਰ ਤੋਂ ਤਰ ਗਏ। ਗਨਕਾ ਵੇਸਵਾ ਸੀ, ਸਾਰੀ ਉਮਰ ਵਿਸ਼ੇ ਵਿਕਾਰ ਭੋਗੇ, ਸਾਧਾਂ ਦੀ ਸੰਗਤ ਮਿਲੀ ਥੋੜਾ ਹੀ ਸਮਾਂ, ਇੰਨੇ ਚ ਵੇਖੋ ਉਹਦਾ ਉਧਾਰ ਹੋ ਗਿਆ। ਸਾਧਾਂ ਨੇ ਉਪਦੇਸ਼ ਕੀਤਾ ਕਿ ਭਾਈ ਨਾਮ ਜਪਿਆ ਕਰੋ, ਇਹ ਵਿਸ਼ੇ ਆਨੰਦ ਭੋਗਣ ਦੇ ਵਿੱਚ ਕੀ ਰੱਖਿਆ। ਇੰਨਾ ਉਪਦੇਸ਼ ਸੁਣਦੇ ਸਾਰ ਹੀ ਉਹ ਵੀ ਇਸ ਭਵਜਲ ਸੰਸਾਰ ਤੋਂ ਤਰ ਗਈ, ਵਾਹਿਗੁਰੂ ਜੀ ਦਾ ਨਾਮ ਜਪ ਕੇ। ਹੋਰ ਵੀ ਖਾਲਸਾ ਜੀ ਬੜੇ ਜ਼ਿਆਦਾ ਦ੍ਰਿਸ਼ਟਾਂਤ ਮਹਾਰਾਜ ਜੀ ਦੱਸਦੇ ਹਨ, ਜਿਹੜੇ ਵੇਖੋ ਕਿੱਡੇ ਕਿੱਡੇ ਵੱਡੇ ਜਿਨ੍ਹਾਂ ਨੇ ਪਾਪ ਕੀਤੇ ਹੁੰਦੇ ਸਨ, ਉਹ ਵੀ ਮਹਾਰਾਜ ਜੀ ਦਾ ਸਿਮਰਨ ਕਰਕੇ, ਹਰੀ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਰਾਮ ਨਾਮ ਦਾ ਨਾਮ ਜਪ ਕੇ, ਉਹਨਾਂ ਦੇ ਵੀ ਜਿਹੜੇ ਜਿਤਨੇ ਵੀ ਪਾਪ ਸੀ ਉਹ ਨਾਸ ਹੋ ਗਏ। ਮਨ ਚਿੰਦੇ ਫਲ ਪਾਈਐ, ਹਰ ਕੇ ਗੁਣ ਗਾਓ। ਹਰੀ ਪਰਮੇਸ਼ਰ ਦੇ ਜੇ ਗੁਣ ਗਾਣੇ ਹਨ, ਮਹਾਰਾਜ ਜੀ ਆਖਦੇ ਵੀ ਫੇਰ ਤੁਹਾਨੂੰ ਕੀ ਪ੍ਰਾਪਤ ਹੋਵੇਗਾ। ਮਹਾਰਾਜ ਜੀ ਕਿਉਂ ਗੁਣ ਗਾਉਣੇ ਚਾਹੀਦੇ ਹਨ ਪ੍ਰਮਾਤਮਾ ਦੇ? ਮਹਾਰਾਜ ਮਨ ਚਿੰਦੇ ਫਲ ਪਾਈਐ। ਮਨ ਚਿੰਦੇ, ਜਿਹੜੇ ਮਨ ਦੇ ਵਿੱਚ ਜਿਹੜੇ ਵੀ ਚਾਹਨਾ ਕਰੀਏ ਉਹ ਸਾਰੇ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਹੋਰ ਜਿਤਨੇ ਵੀ ਖਾਲਸਾ ਜੀ ਮੁਕਤੀ ਦਾ ਫਲ ਪ੍ਰਾਪਤ ਹੋ ਜਾਂਦਾ ਹੈ, ਨਾਮ ਸਿਮਰਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਜਿਹੜਾ ਕੋਈ ਗੁਰਮੁਖ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੇ, ਗੁਣਾਂ ਦੀ ਵਿਚਾਰ ਕਰੇ,
ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਤਾਂ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈਆ ਮੇਰੇ ਜੀੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨ। ਕਿਉਂਕਿ ਵਾਹਿਗੁਰੂ ਅਕਾਲ ਪੁਰਖ ਜੀ ਤਾਂ ਸਾਰੀਆਂ ਇੱਛਾ ਦੀ ਪੂਰਤੀ ਕਰਨ ਵਾਲੇ ਹਨ ਮਹਾਰਾਜ, ਇੱਛਾ ਪੂਰਕ ਹਨ, ਜਿਨ੍ਹਾਂ ਦੇ ਵਸ ਦੇ ਵਿੱਚ ਕਾਮ ਤੈਨੂੰ ਗਊ ਹੈ। ਮਹਾਰਾਜ ਜੀ ਹੋਰ ਗੁਰਬਾਣੀ ਦੇ ਵਿੱਚ ਹੋਰ ਵੀ ਪ੍ਰਮਾਣ ਦਿੰਦੇ ਹਨ, ਜਿਤਨੇ ਫਲ ਮਨ ਬਾਂਛੀਆ ਹੈ ਤਿਤਨੇ ਸਤਿਗੁਰ ਪਾਸ। ਜਿੰਨੇ ਵੀ ਮਨ ਦੇ ਵਿੱਚ ਕੋਈ ਚਾਹਨਾ ਕਰੇ ਫਲਾਂ ਦੀ, ਜਿੰਨੇ ਵੀ ਮਨ ਦੇ ਵਿੱਚ ਚਾਹਨਾ ਕਰੇ ਕੋਈ ਇੱਛਾ ਰੱਖੇ ਕਿਸੇ ਚੀਜ਼ ਦੀ ਪ੍ਰਾਪਤੀ ਦੀ, ਉਹ ਸਾਰੇ ਹੀ ਫਲ ਮਹਾਰਾਜ ਜੀ ਆਖਦੇ ਵੀ ਗੁਰੂ ਜੀ ਦੇ ਪਾਸੋਂ ਪ੍ਰਾਪਤ ਹੋ ਜਾਂਦੇ ਹਨ। ਹੋਰ ਕਿਸੇ ਦੇ ਪਾਸੋਂ ਵੀ ਇਹਨਾਂ ਫਲਾਂ ਦੀ, ਇਹਨਾਂ ਮਨ ਦੀਆਂ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ। ਹੁਣ ਸਾਧ ਪਖੰਡੀ ਬੈਠੇ ਆ ਆਪਣੇ ਡੇਰਿਆਂ ਦੇ ਵਿੱਚ, ਇਹਨਾਂ ਨੂੰ ਕਹੋ ਕਿਤੇ ਮੁਕਤੀ ਦਾ ਦਾਤ ਦੇ ਦੇਣ, ਜਾਂ ਮਨ ਦੇ ਵਿੱਚ ਜਿੰਨੀਆਂ ਵੀ ਇੱਛਾਵਾਂ ਹਨ ਇਹਨਾਂ ਦੀ ਪੂਰਤੀ ਕਰ ਦੇਣ। ਇਹਨਾਂ ਦੇ ਆਪਣੀਆਂ ਨਹੀਂ ਮਨ ਦੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਤੇ ਦੂਜਿਆਂ ਦੀ ਕੀ ਕਰਨਗੇ। ਤੋ ਮਨ ਦੀਆਂ ਇੱਛਾਵਾਂ ਦੀ ਜਿਹੜੀ ਪੂਰਤੀ ਹੈ, ਮਨ ਦੇ ਮਨੋਰਥ ਦੀ ਪੂਰਤੀ ਹੈ, ਜੋ ਮਨ ਦੀਆਂ ਮਨੋਕਾਮਨਾਵਾਂ ਹਨ, ਇਹਨਾਂ ਦੀ ਪੂਰਤੀ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚੋਂ ਹੀ ਹੋਣੀ ਹੈ। ਤੇ ਉਹ ਕਿਵੇਂ ਹੋਣੀ ਹੈ? ਨਾਨਕ ਹਰ ਗੁਣ ਗਾਓ। ਜੋ ਹਰੀ ਪਰਮੇਸ਼ਰ ਹੈ ਉਸ ਦੇ ਗੁਣਾਂ ਨੂੰ ਗਾ ਕੇ, ਗੁਣਾਂ ਦੀ ਵਿਚਾਰ ਕਰਕੇ ਸਾਰੇ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜੇ ਵੀ ਮਨ ਦੇ ਵਿੱਚ ਇੱਛੀਦੇ ਹਨ। ਜਨਮ ਮਰਨ ਭੈ ਕਟਿਐ, ਨਿਹਚਲ ਸੱਚ ਥਾਉ। ਤੇ ਜਨਮ ਅਤੇ ਮਰਨ ਦਾ ਜਿਹੜਾ ਡਰ ਹੈ ਇਹ ਵੀ ਉਹਨਾਂ ਦਾ ਕੱਟਿਆ ਜਾਂਦਾ ਹੈ ਜਿਹੜੇ ਗੁਰਮੁਖ ਜਨ ਪਿਆਰੇ ਨਾਮ ਜਪਦੇ ਹਨ। ਜਦ ਜਨਮ ਮਰਨ ਵੀ ਉਹਨਾਂ ਦਾ ਕੱਟਿਆ ਜਾਂਦਾ ਹੈ ਤੇ ਸਤ ਪ੍ਰਕਾਰ ਦਾ ਜਿਹੜਾ ਭੈ ਆ, ਡਰ ਆ, ਉਹ ਵੀ ਉਹਨਾਂ ਦਾ ਨਾਸ ਹੋ ਜਾਂਦਾ ਹੈ। ਨਿਰਭਉ ਜਪੈ ਸਗਲ ਭਉ ਮਿਟਾ, ਉਹ ਵੀ ਉਹਨਾਂ ਦਾ ਨਾਸ ਹੋ ਜਾਂਦਾ, ਹਰੇਕ ਪ੍ਰਕਾਰ ਦਾ ਡਰ। ਤੇ ਮਹਾਰਾਜ ਜੀ ਦੇ ਫਿਰ ਉਹ ਜਿਹੜਾ ਨਿਹਚਲ ਸੱਚ ਥਾਉ, ਜਿਹੜੀ ਅਟਲ ਪਦਵੀ ਹੈ ਨਾ ਵਾਹਿਗੁਰੂ ਜੀ ਦੇ, ਉਹਨੂੰ ਫਿਰ ਉਹ ਪ੍ਰਾਪਤ ਕਰ ਲੈਂਦੇ ਹਾਂ। ਜਿਹੜਾ ਅਚਲ ਪਦਵੀ ਦਾ ਮਾਲਕ, ਉਹ ਨਿਰਗੁਣ ਸਰੂਪ ਹੈ ਪਰਮੇਸ਼ਰ ਦਾ, ਉਸ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਪੂਰਬ ਹੋਵੈ ਲਿਖਿਆ ਹਰ ਚਰਨ ਸਮਾਓ। ਪਰ ਇਹ ਪ੍ਰਾਪਤੀ ਕਿਹਨਾਂ ਨੂੰ ਹੁੰਦੀ ਹੈ? ਪੂਰਬ ਹੋਵੈ ਲਿਖਿਆ, ਜਿਨ੍ਹਾਂ ਦੇ ਮੱਥੇ ਦੇ ਉੱਪਰ ਪਰਮੇਸ਼ਰ ਨੇ ਆਪ ਨਿਸ਼ਕਰਮਾ ਕਰਕੇ ਜਿਨ੍ਹਾਂ ਦੇ ਮੱਥੇ ਦੇ ਉੱਪਰ ਚੰਗਾ ਲੇਖ ਪਾਇਆ ਹੋਵੇ ਨਾ, ਉਹਨਾਂ ਨੂੰ ਇਹ ਫਿਰ ਜਿਹੜੀ ਫਲਾਂ ਦੀ ਇਹਨਾਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਤੇ ਫਿਰ ਪੂਰਬ ਹੋਵੇ ਲਿਖਿਆ ਹਰ ਚਰਨ ਸਮਾਓ, ਉਹ ਫਿਰ ਉਹਨਾਂ ਦੇ ਕੀ ਅਵਸਥਾ ਬਣ ਜਾਂਦੀ ਹੈ? ਹਰ ਚਰਨ ਸਮਾਓ। ਹਰੀ ਪਰਮੇਸ਼ਰ ਦੇ ਜਿਹੜੇ ਨਾਮ ਰੂਪੀ ਚਰਨ ਹਨ, ਇਹਨਾਂ ਦੇ ਵਿੱਚ ਉਹ ਸਮਾ ਜਾਂਦੇ ਹਨ। ਉਹਨਾਂ ਦੇ ਫਿਰ ਜਿਹੜਾ ਨਾਮ ਸਿਮਰਨ ਹੁੰਦਾ ਅਨਿਖੜਵਾਂ ਅੰਗ ਬਣ ਜਾਂਦਾ ਹੈ। ਉਹਨਾਂ ਦਾ ਅਨਿਖੜਵਾਂ ਅੰਗ ਬਣਨ ਦੇ ਨਾਲ, ਜਿਵੇਂ ਖਾਲਸਾ ਜੀ ਹੱਥ ਜਿਹੜਾ ਹੈ ਕਿਤੇ ਵੱਖਰਾ ਹੋ ਜਾਵੇ ਮਨੁੱਖ ਦਾ ਤੇ ਬੜਾ ਜ਼ਿਆਦਾ ਉਹ ਕਰੂਪ ਜਿਹਾ ਵਿਖਦਾ ਹੈ, ਇਸੇ ਤਰ੍ਹਾਂ ਹੀ ਇਹ ਜਿਹੜਾ ਨਾਮ ਸਿਮਰਨ ਜਦੋਂ ਉਹਨਾਂ ਤੋਂ ਕਿਤੇ ਵੱਖ ਹੋਣ ਲੱਗੇ ਨਾ, ਜਾਂ ਵੱਖ ਹੋ ਜਾਵੇ ਜਿਨ੍ਹਾਂ ਦੇ ਉੱਪਰ ਜਿਨ੍ਹਾਂ ਦਾ ਅਨਿਖੜਵਾਂ ਅੰਗ ਬਣਿਆ ਹੋਵੇ, ਤੇ ਉਹ ਵੀ ਫਿਰ ਬੜੇ ਕਰੂਪ ਜਿਹੇ ਦਿਸਦੇ ਆ। ਤੇ ਜਿਨ੍ਹਾਂ ਦਾ ਅਨਿਖੜਵਾਂ ਅੰਗ ਬਣਿਆ ਨਾਮ ਸਿਮਰਨ, ਜਿਹੜੇ ਮਹਾਰਾਜ ਜੀ ਦੇ ਨਾਮ ਰੂਪੀ ਚਰਨਾਂ ਦੇ ਵਿੱਚ ਅਭੇਦ ਹੋਏ ਹਨ, ਸਮਾਏ ਹੋਏ ਹਨ, ਉਹਨਾਂ ਦੇ ਫਿਰ ਜਿਹੜੇ ਚਿਹਰੇ ਦਾ ਪ੍ਰਤਾਪ ਹੀ ਇੱਕ ਵੱਖਰਾ ਜਿਹਾ ਹੁੰਦਾ। ਉਹਨਾਂ ਦੀ ਅੱਖਾਂ ਵਿੱਚ ਪਾ ਕੇ ਕੋਈ ਝਾਕ ਨਹੀਂ ਸਕਦਾ। ਮਹਾਰਾਜ ਜੀ ਆਖਦੇ ਵੀ ਜਿਨ੍ਹਾਂ ਦੇ ਪੂਰਬਲੇ ਕਰਮਾਂ ਕਰਕੇ, ਪੂਰਬਲੇ ਨਿਸ਼ਕਾਮ ਕਰਮਾਂ ਕਰਕੇ ਪਰਮੇਸ਼ਰ ਨੇ ਮੱਥੇ ਦੇ ਉੱਪਰ ਚੰਗਾ ਲੇਖ ਲਿਖਿਆ ਹੋਇਆ ਹੈ, ਉਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾ ਬਿਰਾਜਦੇ ਹਨ। ਉਹ ਚਰਨਾਂ ਦੇ ਵਿੱਚ ਸਮਾ ਜਾਂਦੇ ਹਨ। ਜਿਵੇਂ ਜਦੋਂ ਅਰਦਾਸ ਕਰੀਦੀ ਨਾ ਅੰਤਿਮ, ਉਸ ਸਮੇਂ ਕਹੀਦਾ ਕਿ ਮਹਾਰਾਜ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੋ। ਤੇ ਜਿਨ੍ਹਾਂ ਦੇ ਫਿਰ ਪੂਰਬਲੇ ਕਰਮ ਚੰਗੇ ਹੋਣ ਤੇ ਉਹਨਾਂ ਨੂੰ ਫਿਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਿਵਾਸ ਮਿਲ ਜਾਂਦਾ ਹੈ। ਸੱਚਖੰਡ ਦੇ ਵਿੱਚ ਉਹਨਾਂ ਨੂੰ ਨਿਵਾਸ ਮਿਲ ਜਾਂਦਾ ਹੈ। ਹਰ ਚਰਨ ਸਮਾਓ। ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਉਹ ਫਿਰ ਸਮਾ ਜਾਂਦੇ ਹਨ, ਅਭੇਦ ਹੋ ਜਾਂਦੇ ਹਨ। ਕਰ ਕਿਰਪਾ ਪ੍ਰਭ ਰਾਖ ਲਿਓ,
ਨਾਨਕ ਬਲ ਜਾਓ। ਸੱਚੇ ਪਾਤਸ਼ਾਹ ਸਾਡੇ ਉੱਪਰ ਮਹਾਰਾਜ ਆਪ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਇਸ ਲੋਕ ਅਤੇ ਪਰਲੋਕ ਦੇ ਮਹਾਰਾਜ ਦੁੱਖਾਂ ਕਲੇਸ਼ਾਂ ਪਾਪਾਂ ਤੋਂ ਰੱਖ ਲੈਣਾ ਕਰੋ। ਮਹਾਰਾਜ ਸਾਡੀ ਰੱਖਿਆ ਕਰੋ। ਤੇ ਮਹਾਰਾਜ ਅਸੀਂ ਆਪ ਜੀ ਤੋਂ ਮਨ ਬਾਣੀ ਸਰੀਰ ਕਰਕੇ ਵਾਰਨੇ ਬਲਿਹਾਰਨੇ ਜਾਂਦੇ ਹਾਂ। ਮਹਾਰਾਜ ਨਾਨਕ ਬਲ ਜਾਓ। ਅਨੇਕਾਂ ਹੀ ਵਾਰ ਮਹਾਰਾਜ ਆਪ ਜੀ ਦੇ ਅੱਗੇ ਆਪਣਾ ਬਲ ਹਾਰਦੇ ਹਾਂ। ਸਲੋਕ ਗ੍ਰਹਿ ਰਚਨਾ ਅਪਾਰੰ ਮਨ ਬਿਲਾਸ ਸਵਾਦੰ ਰਸ ਹੈ। ਗਰੀਬ ਨਵਾਜ ਜੀ ਹੁਣ ਉਹਨਾਂ ਪੁਰਖਾਂ ਬਾਰੇ ਕਥਨ ਕਰ ਰਹੇ ਹੈ ਜਿਨ੍ਹਾਂ ਦੇ ਪਾਸ ਖਾਲਸਾ ਜੀ ਕੋਈ ਮਾਇਕੀ ਪਦਾਰਥਾਂ ਦੀ ਕੋਈ ਘਾਟ ਨਹੀਂ ਹੈ, ਕੋਈ ਮਾਇਆ ਦੀ ਘਾਟ ਨਹੀਂ ਹੈ, ਕੋਈ ਵੀ ਜਿਹੜੀ ਹੈ ਸੁੱਖ ਸਹੂਲਤ ਦੀ ਘਾਟ ਨਹੀਂ ਹੈ। ਮਹਾਰਾਜ ਜੀ ਆਖਦੇ ਦੁਬਾਰਾ ਪੜੋ। ਗ੍ਰਹਿ ਰਚਨਾ ਅਪਾਰੰ ਮਨ ਬਿਲਾਸ ਸਵਾਦੰ ਰਸ ਹੈ। ਜਿਨ੍ਹਾਂ ਦੇ ਘਰਾਂ ਦੀ ਵੇਖੋ ਰਚਨਾ ਜਿਹੜੀ ਬਣਾਵਟ ਅਪਾਰੰ ਪਾਰਾਵਾਰ ਤੋਂ ਰਹਿਤ, ਜਿਨ੍ਹਾਂ ਨੂੰ ਕੋਈ ਕਥਨ ਹੀ ਨਹੀਂ ਕਰ ਸਕਦਾ। ਜਿਨ੍ਹਾਂ ਦੇ ਗ੍ਰਹਿਾਂ ਦੀ ਜਿਹੜੀ ਰਚਨਾ ਹੈ, ਘਰਾਂ ਦੀ ਬਣਾਵਟ ਮਹਾਰਾਜ ਜਾਗ ਤੇ ਬੜੀ ਜ਼ਿਆਦਾ ਸੁੰਦਰ ਬਣਾਈ ਹੋਈ ਹੈ। ਜਿਨ੍ਹਾਂ ਨੇ ਘਰ ਦੇ ਵਿੱਚ ਸੋਨੇ ਚਾਂਦੀ ਦੀ ਮੀਨਾਕਾਰੀ ਕਰਵਾਈ ਹੋਈ ਹੈ। ਮਹਾਰਾਜ ਜੀ ਆਖਦੇ ਮੋਤੀ ਤਾਂ ਮੰਦਰ ਊਸ ਰਹੇ, ਰਤਨੀ ਤਾਂ ਹੋਏ ਜੜਾਓ। ਜਿਵੇਂ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾ ਵੀਸਰੈ ਤੇਰਾ ਚਿਤ ਨਾ ਆਵੈ। ਮਹਾਰਾਜ ਜੀ ਆਪ ਜੀ ਦੇ ਮਹਾਰਾਜ ਜਿਹੜੇ ਆਪ ਜੀ ਨੇ ਦਾਤਾਂ ਬਖਸ਼ੀਆਂ ਹਨ ਘਰਾਂ ਦੀਆਂ, ਜਿਹੜੇ ਵਿੱਚ ਮਹਾਰਾਜ ਮੋਤੀ ਤਾਂ ਮੰਦਰ ਊਸ ਰਹੇ। ਮੋਤੀਆਂ ਦੀਆਂ ਮਾਲਾਂ ਦੇ ਨਾਲ ਮੰਦਰਾਂ ਦੀ ਉਸਾਰੀ, ਘਰਾਂ ਦੀ ਉਸਾਰੀ ਕੀਤੀ ਹੋਈ। ਮੋਤੀ ਤਾਂ ਮੰਦਰ ਊਸ ਰਹੇ, ਰਤਨੀ ਤਾਂ ਹੋਏ ਜੜਾਓ। ਜਿਸ ਦੇ ਵਿੱਚ ਰਤਨ ਜਵਾਹਰ ਜੜੇ ਹੋਣ। ਕਸਤੂਰ ਕੁੰਗੂ ਅਗਰ ਚੰਦਨ, ਕਸਤੂਰੀ ਕੁੰਗੂ ਕਪੂਰ, ਕਸਤੂਰ ਕੁੰਗੂ ਅਗਰ ਚੰਦਨ। ਅਗਰ ਕਹੀਦਾ ਹੈ ਖਾਲਸਾ ਜੀ ਜਿਹੜੀਆਂ ਅਗਰਬੱਤੀਆਂ ਧੂਫ ਇਤਿਆਦਿਕ, ਅਗਰ ਚੰਦਨ, ਚੰਦਨ ਆਦਿਕ ਦੀਆਂ ਸੁਗੰਧੀਆਂ ਮਹਿਕਦੀਆਂ ਹੋਣ। ਮਤ ਦੇਖ ਭੂਲਾ ਵਿਸਰੇ, ਪਰ ਮਤਾ ਕਿਤੇ ਇਹਨਾਂ ਘਰਾਂ ਦੀ ਬਣਾਵਟ ਦੇ ਵਿੱਚ ਖਚਿਤ ਹੋ ਕੇ, ਇਹਨਾਂ ਘਰਾਂ ਦੀ ਸੁੰਦਰਤਾਈ ਦੇ ਵਿੱਚ ਲੱਗ ਕੇ ਤੈਨੂੰ ਮਤ ਦੇਖ ਭੂਲਾ ਵਿਸਰੇ। ਮਤਾ ਕਿਤੇ ਪਰਮੇਸ਼ਰ ਦਾ ਨਾਮ ਭੁੱਲ ਜਾਵੇ। ਸਦਾ ਹੀ ਪਰਮੇਸ਼ਰ ਦਾ ਨਾਮ ਚੇਤੇ ਰਹਿਣਾ ਚਾਹੀਦਾ, ਭਾਵੇਂ ਜਿਤਨੇ ਮਰਜ਼ੀ ਮਾਇਕੀ ਪਦਾਰਥਾਂ ਦੀ ਮਨੁੱਖ ਨੂੰ ਦਾਤ ਬਖਸ਼ਿਸ਼ ਹੋ ਜਾਵੇ। ਤੇ ਜਿਹੜੇ ਜੀਵ ਤੇਰੇ ਗ੍ਰਹਿਾਂ ਦੀ, ਤੇਰੇ ਘਰਾਂ ਦੀ ਸੁੰਦਰ ਰਚਨਾ ਬਣੀ ਹੋਈ ਹੈ, ਗ੍ਰਹਿ ਰਚਨਾ ਅਪਾਰੰ, ਜਿਹੜੀ ਪਾਰਾਵਾਰ ਤੋਂ ਰਹਿਤ ਰਚਨਾ ਬਣਾਵਟ ਹੋਈ ਹੈ। ਮਨ ਬਿਲਾਸ ਸਵਾਦੰ ਰਸ ਹੈ। ਤੇ ਜਿਨ੍ਹਾਂ ਦਾ ਮਨ ਮਹਾਰਾਜ ਜੀ ਆਖਦੇ ਵੀ ਮਨ ਵਿਲਾਸ ਆਨੰਦ ਭੋਗਣ ਦੇ ਵਿੱਚ ਸਵਾਦੰ ਰਸ ਹੈ। ਤਰ੍ਹਾਂ ਤਰ੍ਹਾਂ ਦੇ ਸਵਾਦ ਮਾਨਣ ਦੇ ਵਿੱਚ, ਪਾਰੇ ਨੂੰ ਮਾਰ ਕੇ ਉਹ ਪਾਰੇ ਦੀ ਦਵਾਈ ਬਣਾ ਕੇ ਉਹ ਪਾਰੇ ਨੂੰ ਛਕ ਕੇ ਤੇ ਫਿਰ ਉਹਦੇ ਨਾਲ ਭੋਗਦੇ ਹਨ ਕਈ ਜਿਹੜੇ ਆ ਸਰੀਰਕ ਤੰਦਰੁਸਤੀ ਵਾਸਤੇ। ਇਸ ਤਰ੍ਹਾਂ ਸਰੀਰਕ ਤੰਦਰੁਸਤੀ ਨੂੰ ਪੈਦਾ ਕਰਕੇ ਅਨੇਕਾਂ ਹੀ ਤਰ੍ਹਾਂ ਦੇ ਵਿਸ਼ੇ ਵਿਕਾਰ ਭੋਗ ਕਾਮ ਚੇਸ਼ਟਾ ਕਰਨੀ। ਬਿਲਾਸ ਸਵਾਦੰ ਰਸ ਹੈ। ਰਸ ਹੈ ਤਰ੍ਹਾਂ ਤਰ੍ਹਾਂ ਦੇ ਸਵਾਦ ਮਾਨੇ, ਰਸਾ ਕਸਾਂ ਦੇ ਨੂੰ ਬੜੀ ਆਪਣੀ ਉਤਸੁਕਤਾ ਦੇ ਨਾਲ ਮੰਨਣਾ, ਬੜੀ ਇੱਛਾ ਦੇ ਨਾਲ ਰਸਾਂ ਕਸਾਂ ਨੂੰ ਮੰਨਣਾ। ਮਹਾਰਾਜ ਜੀ ਆਖਦੇ ਵੀ ਜਿਨ੍ਹਾਂ ਦੇ ਕੋਲ ਮਾਇਕੀ ਪਦਾਰਥਾਂ ਦੀ ਕੋਈ ਘਾਟ ਨਹੀਂ ਹੈ, ਜਿਨ੍ਹਾਂ ਦੇ ਘਰਾਂ ਦੀ ਜਿਹੜੀ ਰਚਨਾ ਬੜੀ ਜ਼ਿਆਦਾ ਸੁੰਦਰ ਬਣੀ ਹੋਈ ਹੈ, ਘਰਾਂ ਦੀ ਰਚਨਾ ਅਪਾਰਾਵਾਰ ਤੋਂ ਰਹਿਤ ਹੈ। ਤੇ ਉਹ ਦੂਜੇ ਸਰੀਰ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਜਿਨ੍ਹਾਂ ਨੂੰ ਪਰਮੇਸ਼ਰ ਭੁੱਲ ਜਾਂਦਾ ਹੈ। ਤਾਂ ਦੁਬਾਰਾ ਪੰਕਤੀ ਸ਼ੁਰੂ ਤੋਂ ਫੜੋ ਜੀ। ਸੋ ਸਾਈਂ ਜੈ ਵਿਸਰੈ ਨਾਨਕ ਸੋ ਤਨ ਖੇਹ। ਮੁੱਚ ਅਡੰਬਰ ਹਬ ਕੇਹੋ। ਜਿਹੜੇ ਗੁਰਮੁਖ ਪਿਆਰੇ ਹੁੰਦੇ ਹਨ, ਜਿਹੜੇ ਸੰਤ ਮਹਾਤਮਾ ਜਨ ਹੁੰਦੇ ਹਨ, ਉਹਨਾਂ ਨੇ ਜਿਹੜੇ ਮੁੱਚ ਅਡੰਬਰ ਆ, ਜਿੰਨੇ ਵੀ ਭੋਗ ਬਿਲਾਸ ਹੈ ਜਾਂ ਜਿੰਨੇ ਵੀ ਖਾਲਸਾ ਜੀ ਸੁੱਖ ਸਹੂਲਤਾਂ ਹਨ, ਮੁੱਚ ਅਡੰਬਰ ਹਬ ਕੇ ਹੋਏ ਸਾਰੇ ਕੁਝ ਜਿਹੜਾ ਹੈ ਉਹਨਾਂ ਨੇ ਕੀ ਕੀਤਾ ਹੈ। ਮੁੱਚ ਅਡੰਬਰ ਹਬ ਕੇ ਹੋ ਮੰਝ ਮੁਹੱਬਤ ਨੇਹ। ਪਰ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਝੂਠਾ ਹੀ ਜਾਣਿਆ ਹੈ, ਮੁੱਚ ਝੂਠਾ ਹੀ ਜਾਣਿਆ ਹੈ। ਜਿਹੜੇ ਹੋਰ ਅਡੰਬਰ ਪਖੰਡ ਹਨ, ਉਹਨਾਂ ਨੇ ਪਖੰਡ ਹੀ ਜਾਣਿਆ ਹੈ, ਇਹਨਾਂ ਨੂੰ ਝੂਠਾ ਹੀ ਜਾਣਿਆ ਹੈ। ਮੰਝ ਮੁਹੱਬਤ ਨੇਹ, ਉਹਨਾਂ
ਦੀ ਨੇਕ ਕਿਹਦੇ ਵਿੱਚ ਹੈ? ਮਨ ਮੁਹੱਬਤ ਨੇਕ, ਉਹ ਪਰਮੇਸ਼ਰ ਦੇ ਪਿਆਰ ਦੇ ਵਿੱਚ ਹੀ ਉਹ ਭਿੱਜੇ ਹੋਏ ਰਹਿੰਦੇ ਹਨ। ਉਹਨਾਂ ਦਾ ਜਿਹੜਾ ਪ੍ਰੇਮ ਹੈ ਪਰਮੇਸ਼ਰ ਦੇ ਵਿੱਚ ਹੀ ਲੱਗਾ ਹੋਇਆ ਹੈ। ਤੇ ਅੱਗੇ ਮਹਾਰਾਜ ਜੀ ਕਥਨ ਕਰਦੇ ਸੋ ਸਾਈਂ ਜੈ ਵਿਸਰੈ। ਤੇ ਜਿਹੜਾ ਪਰਮੇਸ਼ਰ ਹੈ ਜੇਕਰ ਉਹਨਾਂ ਨੂੰ ਭੁੱਲ ਜਾਵੇ, ਉਹਨਾਂ ਗੁਰਮੁਖ ਪਿਆਰਿਆਂ ਨੂੰ, ਤੇ ਫਿਰ ਉਹਨਾਂ ਦੀ ਅਵਸਥਾ ਕਿਸ ਤਰ੍ਹਾਂ ਦੀ ਹੋ ਜਾਂਦੀ ਹੈ? ਮਰਨੰ ਬਿਸਰਨੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਨ ਹੈ। ਜੇ ਕਿਤੇ ਰਤੀ ਮਾਤਰ ਸਮੇਂ ਦੇ ਵਿੱਚ ਉਹਨਾਂ ਨੂੰ ਪਰਮੇਸ਼ਰ ਕਿਤੇ ਵਿਸਰ ਜਾਵੇ, ਮਰਨੰ ਬਿਸਰਨੰ ਗੋਬਿੰਦ ਹੈ, ਉਹਨਾਂ ਦਾ ਮਰਨ ਹੀ ਹੋ ਜਾਂਦਾ, ਮਰ ਹੀ ਜਾਂਦੇ ਆ ਉਹ। ਜੀਵਨੰ ਹਰ ਨਾਮ ਧਿਆਵਨ ਹੈ। ਤੇ ਜਦ ਜਿਉਂਦੇ ਕਿਸ ਤਰ੍ਹਾਂ ਹਨ? ਜਦੋਂ ਪਰਮੇਸ਼ਰ ਦਾ ਨਾਮ ਜਪਦੇ ਹਨ। ਆਖਾ ਜੀਵਾ ਵਿਸਰੈ ਮਰ ਜਾਓ। ਤੇ ਅੱਗੇ ਹਜ਼ੂਰ ਕਥਨ ਕਰਦੇ ਆ ਕਿ ਜੇ ਸੋ ਸਾਈਂ ਜੈ ਵਿਸਰੈ, ਉਹ ਪਰਮੇਸ਼ਰ ਜੇ ਕਿਤੇ ਰੱਤੀ ਭਰ ਵੀ ਉਹਨਾਂ ਨੂੰ ਵਿਸਰ ਜਾਵੇ, ਨਾਨਕ ਸੋ ਤਨ ਖੇਹ, ਵੀ ਉਹ ਫਿਰ ਆਪਣੇ ਸਰੀਰ ਨੂੰ ਖੇ ਮਿੱਟੀ ਮੰਨਦੇ ਹਨ। ਉਹ ਆਖਦੇ ਹਨ ਕਿ ਸਾਡਾ ਸਰੀਰ ਤੇ ਮਿੱਟੀ ਹੋ ਗਿਆ ਹੈ, ਇੰਨਾ ਚਿਰ ਪਰਮੇਸ਼ਰ ਦਾ ਨਾਮ ਵਿਸਰ ਗਿਆ ਸਾਨੂੰ। ਤੇ ਇਸ ਤਰ੍ਹਾਂ ਜਿਹੜੇ ਹੈ ਪੰਕਤੀ ਦੇ ਦੂਜੇ ਅਰਥ ਨੇ ਸੋ ਸਾਈਂ ਜੈ ਵਿਸਰੈ, ਨਾਨਕ ਸੋ ਤਨ ਖੇਹ, ਉਹ ਪਰਮੇਸ਼ਰ ਜੇ ਕਿਤੇ ਗੁਰਮੁਖ ਪਿਆਰਿਆਂ ਨੂੰ ਵਿਸਰ ਜਾਵੇ, ਨਾਨਕ ਸੋ ਤਨ ਖੇਹ, ਉਹ ਫਿਰ ਆਪਣੇ ਤਨ ਨੂੰ ਸਰੀਰ ਨੂੰ ਮਿੱਟੀ ਹੀ ਜਾਣਦੇ ਹਨ। ਪੌੜੀ ਸੁੰਦਰ ਸੇਜ ਅਨੇਕ ਸੁਖ, ਰਸ ਭੋਗਣ ਪੂਰੇ। ਮਹਾਰਾਜ ਜੀ ਆਖਦੇ ਵੀ ਜਿਹੜੀ ਸੁੰਦਰ ਸੇਜਾ ਹੈ ਅਨੇਕ ਸੁੱਖਾਂ ਨੂੰ ਦੇਣ ਵਾਲੀ, ਜਾਂ ਅਨੇਕ ਹੀ ਸੁੱਖ ਕਿਸੇ ਨੂੰ ਪ੍ਰਾਪਤ ਹੋ ਜਾਣ। ਰਸ ਭੋਗਣ ਪੂਰੇ, ਰਸਾ ਕਸਾਂ ਨੂੰ ਭੋਗਣ ਦੇ ਵਿੱਚ ਕੋਈ ਪੂਰਾ ਹੋਵੇ, ਪੂਰੇ ਭੋਗ ਭੋਗ ਰਿਹਾ ਹੋਵੇ ਰਸਾ ਕਸਾਂ ਦੇ। ਜਿਵੇਂ ਇੱਕ ਸਾਖੀ ਆਉਂਦੀ ਹੈ ਕਿਸੇ ਸ਼ਾਹੂਕਾਰ ਦੇ ਪਾਸ ਇੱਕ ਗੋਲੀ ਸੀ। ਉਹ ਗੋਲੀ ਨੇ ਕੀ ਕੀਤਾ ਕਿ ਜਿਸ ਸਮੇਂ ਉਹ ਸ਼ਾਹੂਕਾਰ ਦੇ ਘਰ ਦੇ ਵਿੱਚ ਸਫਾਈਆਂ ਕਰ ਰਹੀ ਸੀ, ਤੇ ਸਮੇਂ ਉਹ ਜਿਹੜੇ ਸ਼ਾਹੂਕਾਰ ਦੀ ਮਖਮਲੀ ਸੇਜਾ ਸੀ ਉਹਦੇ ਉੱਪਰ ਉਹ ਕਿਤੇ ਗਲਤੀ ਨਾਲ ਬੈਠ ਗਈ 2 ਘੜੀਆਂ, ਉਹਨੂੰ ਨੀਂਦ ਆ ਗਈ। ਤੇ ਜਦੋਂ ਸ਼ਾਹੂਕਾਰ ਨੇ ਵੇਖਿਆ ਤੇ ਗੋਲੀ ਨੂੰ ਬੜਾ ਕੁੱਟਿਆ, ਉਹਦੇ ਕੋੜੇ ਮਾਰੇ, ਉਹ ਸਰੀਰ ਦੇ ਉੱਪਰ ਚਾਬੁਕ ਮਾਰੇ। ਉਹ ਜਦੋਂ ਚਾਬੁਕ ਵੱਜਣ ਦੇ ਨਾਲ ਉਹਦੇ ਸਰੀਰ ਦੇ ਵਿੱਚੋਂ ਲਹੂ ਸਿਮਣ ਲੱਗ ਪਿਆ, ਇੰਨਾ ਉਹਨੂੰ ਜ਼ਿਆਦਾ ਕੁੱਟਿਆ। ਇਹ ਮਨੁੱਖ ਜਿਹੜੀ ਸੁੰਦਰ ਸੇਜਾਂ ਇਹਨੂੰ ਬੜਾ ਸੁੱਖ ਕਰਕੇ ਇਹਨਾਂ ਨੂੰ ਮਾਣਦਾ ਹੈ। ਪਰ ਇਹ ਖਾਲਸਾ ਜੀ ਜਿਹੜੀਆਂ ਚੀਜ਼ਾਂ ਨੂੰ ਬੰਦਾ ਸੁੱਖ ਮੰਨਦਾ ਹੈ ਨਾ, ਉਹ ਅੰਤ ਨੂੰ ਉਹਨੂੰ ਦੁੱਖ ਹੀ ਦੁੱਖ ਦਿੰਦੀਆਂ। ਇਸੇ ਤਰ੍ਹਾਂ ਜਦੋਂ ਗੋਲੀ ਨੂੰ ਪੁੱਛਿਆ ਵੀ ਹਾਂ ਤੂੰ ਇਹ ਕੀ ਕੀਤਾ ਹੈ, ਗੋਲੀ ਨੇ ਦੱਸਿਆ ਵੀ ਮੈਂ ਤੇ ਜਦੋਂ ਸਫਾਈ ਕਰ ਰਹੀ ਸੀ ਤੇ ਮੈਂ ਤੇ 2 ਹੀ ਘੜੀਆਂ ਸੁੱਤੀ ਤੇ ਵੇ ਮੇਰਾ ਆਹ ਹਾਲ ਹੋਇਆ ਸ਼ਾਹੂਕਾਰ। ਪਰ ਜਿਹੜੇ ਮੈਂ ਸੋਚ ਰਹੀ ਹਾਂ ਕਿ ਜਿਹੜੇ ਬੰਦੇ ਇਹਦੇ ਉੱਪਰ ਸਾਰੀ ਉਮਰ ਹੀ ਬਤੀਤ ਕਰਦੇ ਆ ਮਖਮਲੀ ਸੇਜਾਂ ਦੇ ਉੱਪਰ, ਸੁੰਦਰ ਸੇਜਾਂ ਦੇ ਉੱਪਰ, ਤੇ ਉਹਨਾਂ ਦਾ ਕੀ ਅੱਗੇ ਜਾ ਕੇ ਹਾਲ ਹੋਵੇਗਾ। ਮੈਂ ਤੇ 2 ਘੜੀਆਂ ਹੀ ਇਹਦੇ ਉੱਪਰ ਪੈ ਗਈ ਸੀ ਨਾ, ਤੇ ਮੇਰਾ ਤੂੰ ਆਹ ਹਾਲ ਕਰ ਦਿੱਤਾ। ਤੇ ਪਰ ਜਿਹੜੇ ਲੋਕ ਇਹਨਾਂ ਸੁੰਦਰ ਸੇਜਾਵਾਂ ਦੇ ਉੱਪਰ, ਮਖਮਲੀ ਸੇਜਾਂ ਦੇ ਉੱਪਰ ਆਪਣੀ ਪੂਰੀ ਜ਼ਿੰਦਗੀ ਲੰਘਾ ਦਿੰਦੇ ਆ, ਤੇ ਉਹਨਾਂ ਦਾ ਅੱਗੇ ਜਾ ਕੇ ਕੀ ਹਾਲ ਹੋਣਾ ਹੈ। ਇਸ ਕਰਕੇ ਜਿੰਨੇ ਵੀ ਸੁੱਖ ਹੈ ਨਾ ਖਾਲਸਾ ਜੀ, ਜਿਹੜਾ ਬੰਦਾ ਜਿਨ੍ਹਾਂ ਨੂੰ ਸੁੱਖ ਮੰਨਦਾ ਹੈ ਉਹ ਅੰਤ ਨੂੰ ਦੁੱਖ ਹੀ ਦੁੱਖ ਦਿੰਦੇ ਹਨ। ਸੁੰਦਰ ਸੇਜਾ ਅਨੇਕ ਸੁੱਖ, ਜਿਹੜੀਆਂ ਸੁੰਦਰ ਸੇਜਾਵਾਂ ਜਾਂ ਸੁੰਦਰ ਇਸਤਰੀਆਂ ਦੀਆਂ ਸੇਜਾਵਾਂ ਨੂੰ ਭੋਗਣਾ, ਅਨੇਕ ਸੁੱਖ, ਅਨੇਕਾਂ ਹੀ ਸੁੱਖ ਮੰਨਣੇ। ਰਸ ਭੋਗਣ ਪੂਰੇ, ਰਸਾ ਕਸਾਂ ਨੂੰ ਭੋਗਣ ਦੇ ਵਿੱਚ ਪੂਰਾ ਹੋਣਾ। ਗ੍ਰਹਿ ਸੋਇਨ ਚੰਦਨ ਸੁਗੰਧ, ਲਾਏ ਮੋਤੀ ਹੀਰੇ। ਭਾਵੇਂ ਕਿ ਸੋਨੇ ਦੇ ਘਰ ਬਣ ਜਾਣ, ਸੋਨੇ ਦੇ ਘਰ ਪ੍ਰਾਪਤ ਹੋ ਜਾਣ, ਚੰਦਨ ਸੁਗੰਧ, ਤੇ ਉਹਨਾਂ ਘਰਾਂ ਦੇ ਵਿੱਚ ਚੰਦਨ ਦੀਆਂ ਸੁਗੰਧੀਆਂ ਛਿੜਕ ਦਈਏ, ਚੰਦਨ ਦੀਆਂ ਸੁਗੰਧੀਆਂ ਉੱਥੋਂ ਉੱਠਣ। ਤੇ ਲਾਏ ਮੋਤੀ ਹੀਰੇ, ਐਸੇ ਫਿਰ ਘਰਾਂ ਦੇ ਵਿੱਚ ਭਾਵੇਂ ਮੋਤੀ ਜੜਾਏ ਹੋਏ ਹੋਣ, ਭਾਵੇਂ ਕਿ ਹੀਰੇ ਜੜਾਏ ਹੋਣ। ਮਨ ਇੱਛੇ ਸੁਖ ਮਾਣਦਾ, ਕਿਛ ਨਾਹੇ ਵਿਸੂਰੇ। ਤੇ ਭਾਵੇਂ ਕੋਈ ਮਹਾਰਾਜ ਜੀ ਆਖਦੇ ਮਨ ਇੱਛੇ ਸੁਖ ਮਾਣਦਾ, ਮਨੋ ਇੱਛਿਤ ਜਿਹੜੇ ਸੁਖ ਮਾਣਦਾ ਹੋਵੇ, ਭਾਵ ਕਿ ਜਿਹੜਾ ਮਨ ਕਰੇ ਉਹੋ ਹੀ ਸੁਖ ਮਾਣਦਾ ਹੋਵੇ। ਕਿਛ ਨਾ ਹੈ ਵਿਸੂਰੇ, ਕੋਈ ਵੀ ਉਹਨੂੰ ਝੋਰਾ ਨਾ ਹੋਵੇ ਕਿਸੇ ਵੀ ਚੀਜ਼ ਦਾ, ਕਿਸੇ ਵੀ ਗੱਲ ਕਰਕੇ ਝੂਰਦਾ ਨਾ ਹੋਵੇ। ਜਿਵੇਂ ਕਈਆਂ ਨੂੰ ਝੋਰਾ ਹੁੰਦਾ ਨਾ, ਕਈਆਂ ਨੂੰ ਸੰਤਾਨ ਦਾ ਹੀ ਝੋਰਾ ਲੱਗ ਜਾਂਦਾ ਹੈ। ਕਈਆਂ ਕੋਲ, ਕਈ ਤੇ ਵੇਖੋ ਪੁੱਤਰਾਂ ਨੂੰ ਹੀ ਤਰਸਦੇ ਰਹਿੰਦੇ ਆ, ਤੇ ਕਈ ਫਿਰ ਇਦਾਂ ਦੇ ਵੀ ਹੁੰਦੇ ਆ ਤੇ ਜਿਨ੍ਹਾਂ ਨੂੰ ਬੇਟੀ ਵੀ ਨਸੀਬ ਨਹੀਂ ਹੁੰਦੀ।
ਕਈ ਸੰਤਾਨ ਤੋਂ ਹੀ ਵਾਂਝੇ ਰਹਿੰਦੇ, ਸਾਰੀ ਉਮਰਾਂ ਹੀ ਉਹਨਾਂ ਦੀ ਇਸ ਤਰ੍ਹਾਂ ਬਤੀਤ ਹੋ ਜਾਂਦੀ ਹੈ ਬਿਨਾਂ ਸੰਤਾਨ ਤੋਂ ਹੀ। ਉਹ ਫਿਰ ਕਿਸੇ ਦਾ ਕੋਈ ਬੱਚਾ ਅਡੋਪ ਕਰਕੇ ਗੋਦ ਲੈ ਕੇ ਉਹਨੂੰ ਪਾਲਦੇ। ਮਹਾਰਾਜ ਜੀ ਆਖਦੇ ਵੀ ਜਿਹਦੇ ਪਾਸ, ਜਿਹਦੇ ਕੋਲ ਕਿਛ ਨਾ ਹੈ ਵਸੂਰੇ, ਕਿਸੇ ਵੀ ਪ੍ਰਕਾਰ ਦਾ ਕੋਈ ਸੰਤਾਨ ਦਾ ਝੋਰਾ ਨਾ ਹੋਵੇ, ਕੋਈ ਪੈਸੇ ਦਾ ਝੋਰਾ ਨਾ ਹੋਵੇ, ਜਾਂ ਹੋਰ ਕੋਈ ਪਦਾਰਥ ਦੀ ਕਾਮਨਾ ਦਾ ਜਿਹਦੇ ਪਾਸ ਕੋਈ ਝੋਰਾ ਨਾ ਹੋਵੇ, ਭਾਵ ਕਿਸੇ ਵੀ ਪ੍ਰਕਾਰ ਕਰਕੇ ਝੂਰਦਾ ਨਾ ਹੋਵੇ, ਦੁਖੀ ਨਾ ਹੁੰਦਾ ਹੋਵੇ। ਸੋ ਪ੍ਰਭ ਚੇਤਨ ਆਵਈ ਵਿਸ਼ਟਾ ਕੇ ਕੀਰੇ। ਗਰੀਬ ਨਵਾਜ ਜੀ ਆਖਦੇ ਵੀ ਜਿਹਦੇ ਪਾਸ ਸੁੰਦਰ ਸੇਜਾਵਾਂ ਹੋਣ, ਅਨੇਕ ਸੁਖ ਹੋਣ, ਭੋਗਾਂ ਨੂੰ ਭੋਗਣ ਦੇ ਵਿੱਚ ਪੂਰਾ ਹੋਵੇ, ਰਸ ਕਸ ਮਾਣਦਾ ਹੋਵੇ, ਸੋਨੇ ਦੇ ਘਰ ਹੋਣ ਜਿਨ੍ਹਾਂ ਦੇ ਵਿੱਚ ਹੀਰੇ ਜਵਾਹਰਾਤ ਜੜੇ ਹੋਣ, ਤੇ ਜਿਹਦੇ ਵਿੱਚ ਚੰਦਨ ਦੀਆਂ ਸੁਗੰਧੀਆਂ ਦੀ ਮਹਿਕਾਂ ਆਉਂਦੀਆਂ ਹੋਵੇ, ਐਸੇ ਘਰ ਵੀ ਪ੍ਰਾਪਤ ਹੋ ਜਾਣ। ਤੇ ਅੱਗੇ ਦੱਸਦੇ ਮਹਾਰਾਜ ਜੀ, ਮਨ ਇੱਛੇ ਸੁਖ ਮਾਣਦਾ, ਮਨ ਇੱਛੇ ਮਨ ਭਾਉਂਦੇ ਸੁਖ ਮਾਣਦਾ ਹੋਵੇ, ਕਿਛ ਨਾ ਹੈ ਵਸੂਰੇ, ਕਿਸੇ ਵੀ ਪ੍ਰਕਾਰ ਦੀ ਕੋਈ ਗੱਲ ਦੀ ਘਾਟ ਨਾ ਹੋਵੇ, ਕਿਸੇ ਕਰਕੇ ਦੁਖੀ ਨਾ ਹੋਵੇ। ਪਰ ਇੰਨੇ ਪਦਾਰਥ ਮਿਲਣ ਦੇ ਬਾਵਜੂਦ ਵੀ ਇੰਨੇ ਜਿਹੜੇ ਪਦਾਰਥ ਆ ਪ੍ਰਾਪਤ ਹੋਣ ਦੇ ਬਾਅਦ ਵੀ ਮਹਾਰਾਜ ਜੀ ਆਖਦੇ ਵੀ ਜੇਕਰ ਸੋ ਪ੍ਰਭ ਚੇਤਨ ਆਵੀ, ਜੇਕਰ ਹੈ ਜੀਵ ਤੈਨੂੰ ਪਰਮੇਸ਼ਰ ਚੇਤਾ ਨਹੀਂ ਆਉਂਦਾ, ਤੇ ਫਿਰ ਮਹਾਰਾਜ ਜੀ ਆਖਦੇ ਵੀ ਵਿਸ਼ਟਾ ਕੇ ਕੀੜੇ। ਫਿਰ ਉਹ ਵਿਸ਼ਟਾ ਦੇ ਕੀੜੇ ਹਨ, ਗੰਦੀ ਨਾਲੀ ਦੇ ਕੀੜੇ ਹਨ, ਉਹ ਫਿਰ ਗੰਦਗੀ ਦੇ ਕੀੜੇ ਹਨ। ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਬਿਨਾ ਹਰੀ ਪਰਮੇਸ਼ਰ ਦੇ ਨਾਮ ਨੂੰ, ਜਿਹੜਾ ਮਹਾਰਾਜ ਜੀ ਦਾ ਨਾਮ ਹੈ ਨਾ ਖਾਲਸਾ ਜੀ, ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟਾਈ ਘਾਮ,